ਕਿਸੇ ਜੈਨ ਜੀ ਨੂੰ ਤੁਸੀਂ ਆਖਦੇ ਹੋ ਵੀ ਯਾਰ ਮੇਰਾ ਝਟਕਾ ਹੋਰਾ ਫੜਾਵੀਂ ਜੀ, ਜਾਂ ਬੋਝਾ ਆਖ ਲਵੇ, ਉਹਨੂੰ ਪਤਾ ਹੀ ਨਹੀਂ ਹੋਣਾ ਜੀ ਜੀ। ਉਹ ਆਖੇਗਾ ਵੀ ਝਟਕਾ ਕੀ ਹੁੰਦਾ ਹੈ, ਉਹ ਸ਼ਰਟ ਜਾਂ ਵੱਧ ਕਮੀਜ਼ ਜੀ, ਉਹ ਇਸ ਤਰ੍ਹਾਂ। ਮੁਹੱਬਤ ਸਿਰਫ ਬੇਗਮ ਨਾਲ ਹੀ ਕੀਤੀ ਜੀ, ਏਕਤਾ ਜੀ ਜਿਹੜੀ ਅਸਲ ਮੁਹੱਬਤ ਹੈ। ਬਾਕੀ ਜਿਹੜਾ ਅਗਰ ਪੰਜਾਬੀ ਜਾਹਿਲਾਂ ਦੀ ਜ਼ੁਬਾਨ ਹੈ ਨਾ, ਤੇ ਬਾਬਾ ਫਰੀਦ ਵੀ ਜਾਹਿਲ ਸੀ, ਨੌਜ਼ ਬਿल्ला, ਵਾਰਿਸ ਸ਼ਾਹ ਵੀ ਜਾਹਿਲ ਸੀ, ਹਜ਼ਰਤ ਸੁਲਤਾਨ ਬਾਹੂ ਵੀ ਜਾਹਿਲ ਸੀ, ਬਾਬਾ ਬੁੱਲੇ ਸ਼ਾਹ ਵੀ ਜਾਹਿਲ ਸੀ, ਮੀਆਂ ਮੁਹੰਮਦ ਬਖਸ਼ ਵੀ ਜਾਹਿਲ ਸੀ। ਠੀਕ ਹੈ, ਸਾਡੇ ਪਿਓ ਦਾਦੇ ਵੀ ਜਾਹਿਲ ਹੈ ਜਿਹੜੇ ਪੰਚਾਇਤਾਂ ਨਿਬੇੜਦੇ ਹੈ, ਜਿਹੜੇ ਜਿਸ ਵੇਲੇ ਬੰਦਾ ਕਿਸੇ ਦੇ ਇਸ਼ਕ ਦੇ ਵਿੱਚ ਨਾ ਫਨਾ ਹੋ ਜਾਣਾ, ਇਹਨੂੰ ਸੱਦੇ ਨੇ। ਆਪ ਜਿਹੜੀ ਹੈ ਨਾ ਉਹ ਮੇਰੀ ਪੰਜਾਬ ਇਸ ਵਿੱਚ ਉਸ ਵਿੱਚ ਫਿਰ ਜਿਹੜਾ ਤਰੀਆ ਪੰਜਾਬ ਸਾਡਾ ਕੈਨੇਡਾ ਹੈ ਜਾਂ ਜਿੱਥੇ ਪੰਜਾਬੀ ਵਸਦੇ ਨੇ, ਕਿਤਾਬ ਬਹੁਤ ਵਿਕੀ। ਭਾਈ ਨਾਸਰ ਢਿੱਲੋਂ ਨੇ ਕਰ ਦਿੱਤਾ ਉਹਨਾਂ ਨੇ ਬਾਬਾ ਗੁਰੂ ਨਾਨਕ ਜਿਹੜੇ ਸਿੱਖਾਂ ਦੀ ਜਿਹੜੀ ਮਜ਼ਹਬੀ ਕਿਤਾਬ ਹੈ, ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਜਿਹੜਾ ਬਾਬਾ ਫਰੀਦ ਦਾ ਕਲਾਮ ਪਿਆ ਸੀ, ਉਹ ਅਸਲ ਵਿੱਚ ਆਪਾਂ ਆਪਣੇ ਤਾਂ ਕਪੜਾ ਹੀ ਹੋ ਸਰੀਏ ਉਹ ਮੈਂ ਕਲਾਮ ਨਾ ਮੈਂ ਕਿਹਾ ਵੀ ਉਹ ਕਲਾਮ ਇਕੱਠਾ ਕਰੀਏ। ਲੋਕ ਹੁੰਦੇ ਨੇ ਔਰ ਜਿਹੜੇ ਉਹਨਾਂ ਦੇ ਓਰੀਜਨਲ ਜਿਹੜੇ ਅਮਰਾਸੀ ਹੁੰਦੇ ਆ, ਨਾਈ, ਜਿਨ੍ਹਾਂ ਨੂੰ ਆਪਾਂ ਮਾਜ਼ਰਤ ਨਾਲ ਕੰਮੀ ਆਖਦੇ, ਹਾਲਾਂਕਿ ਕੰਮੀ ਦਾ ਮਤਲਬ ਹੈ ਕੰਮ ਕਰਨ ਵਾਲਾ ਜੀ। ਕੰਮੀ ਕੰਮ ਤੋਂ ਨਿਕਲਿਆ ਹੈ, ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕੰਮੀ ਹੈ, ਤੇ ਜਿਹੜਾ ਵਿਹਲੀਆਂ ਬਹਿ ਤੇ ਖਾਂਦਾ ਉਹ ਚੌਧਰੀ ਹੈ। ਇਹ ਕਿੰਨੀ ਵੱਡੀ ਡਿਸਕ੍ਰਿਮੀਨੇਸ਼ਨ, ਕਿੰਨਾ ਤਜ਼ਾਦ ਹੈ। ਜਦੋਂ ਮੈਂ ਪ੍ਰੋਫੈਸਰੀ ਦਾ ਇਮਤਿਹਾਨ ਦਿੱਤਾ, ਉਹ ਵੀ ਇਹ ਸਵਾਲ ਮੇਰੇ ਪੰਜਾਬ ਦੇ ਉਹਨਾਂ ਨੇ ਆਖਿਆ ਸੀ ਐਮਏ ਪੰਜਾਬੀ ਕੀਤਾ ਜੀ, ਐਮਫਿਲ ਵੀ ਉੱਥੇ, ਪੀਐਚਡੀ ਵੀ ਉੱਥੇ। ਅਸਲ ਵਿੱਚ ਨਾ ਜੀ ਮਿਰਾਸੀ ਲਫ਼ਜ਼ ਮਿਰਾਸ ਤੋਂ ਨਿਕਲਿਆ ਹੈ। ਮਿਰਾਸ ਕੀ ਹੁੰਦਾ ਹੈ? ਜਿਹੜਾ ਆਪਣੇ ਪਿਓ ਦਾਦਿਆਂ ਦਾ ਕੰਮ ਹੈ। ਹਰ ਬੰਦਾ ਮਿਰਾਸੀ ਹੈ। ਮੇਰਾ ਦਾਦਾ ਅਗਰ ਵਾਹੀ ਕਰਦਾ ਸੀ ਨਾ, ਤੇ ਮੇਰਾ ਪਿਓ ਵੀ ਉਹ ਵਾਹੀ ਕਰਦਾ ਪਿਆ। ਵੈਲਕਮ ਟੂ ਹੰਸਲਾ ਗੱਪਸ਼ਪ ਚੈਨਲ ਤੇ ਅੱਜ ਆਪਣੇ ਨਾਲ ਜਿਹੜੇ ਵੀ ਸ਼ਖਸੀਅਤ ਮੌਜੂਦ ਹੈ, ਉਹ ਕਿਸੇ ਵੀ ਤਾਰਫ ਦੇ ਮੁਹਤਾਜ ਨਹੀਂ ਨੇ, ਜਿਨ੍ਹਾਂ ਨੇ ਆਪਣੀ ਪੰਜਾਬੀ ਦੀ ਜ਼ੁਬਾਨ ਦੇ ਵਿੱਚ ਆਪਣਾ ਨਾਂ ਜਿਹੜਾ ਹੈ ਕਿ ਇੱਕ ਪੂਰੇ ਪਾਕਿਸਤਾਨ 'ਚ ਬਣਾਇਆ ਹੈ। ਤੇ ਅੱਜ ਆਪਾਂ ਇਹਨਾਂ ਨਾਲ ਗੱਪਸ਼ਪ ਲਾਵਾਂਗੇ। ਤੇ ਇੱਕ ਪ੍ਰੋਫੈਸਰ ਵੀ ਹਨ, ਤੇ ਇੱਕ ਪ੍ਰੋਫੈਸਰ ਹੋਣ ਦੇ ਬਾਵਜੂਦ ਵੀ ਇੱਕ ਪੰਜਾਬੀ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਰ ਰਹੇ ਹਨ, ਇੱਕ ਵੀਡੀਓ ਵੀ ਬਣਾ ਰਹੇ ਹਨ। ਤੇ ਆਪਾਂ ਹੁਣ ਇਹਨਾਂ ਕੋਲ ਪੁੱਛਾਂਗੇ ਵੀ ਇਹਨਾਂ ਦੇ ਦਿਲ 'ਚ ਕਿਵੇਂ ਖਿਆਲ ਆਇਆ, ਜ਼ਿਹਨ 'ਚ ਆਇਆ ਕਿ ਇੱਕ ਪ੍ਰੋਫੈਸਰ ਹੋਣ ਦੇ ਬਾਵਜੂਦ ਵੀ ਇੱਕ ਪਬਲਿਕ ਨੂੰ ਹਸਾਉਣ ਵਾਲੀ ਵੀਡੀਓ ਵੀ ਬਣਾਉਂਦੇ ਨੇ। ਤੇ ਇਹਨਾਂ ਕੋਲ ਹੁਣ ਆਪਾਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਵੀ ਪੁੱਛਾਂਗੇ। ਤੇ ਆਪਣੇ ਨਾਲ ਅੱਜ ਮੌਜੂਦ ਹਨ, ਇਹਨਾਂ ਦੇ ਕੀਮਤੀ ਵਕਤ ਲਿਆ ਤੇ ਆਪਾਂ ਸ਼ੁਰੂ ਕਰਨੇ। अस्सलाम वालेकुम सर जी। वालेकुम सलाम। बहुत शुक्रिया हंसला भाई। ਤੁਸੀਂ ਬਾਰ-ਬਾਰ ਕਹਿ ਰਹੇ ਸੋ ਨਾ ਵੀ ਪ੍ਰੋਫੈਸਰ ਹੋਣ ਦੇ ਬਾਵਜੂਦ, ਮੈਂ ਆਖੂ ਪਤਾ ਨਹੀਂ ਵੀ ਪ੍ਰੋਫੈਸਰ ਹੋਣ ਦੇ ਬਾਵਜੂਦ ਇਨਸਾਨ ਵੀ ਹੈ। ਮੈਂ ਤੇ ਜੀ ਪ੍ਰੋਫੈਸਰ ਹੋਣ ਦੇ ਬਾਵਜੂਦ ਵੀ ਜੀ ਤੁਸੀਂ ਦੇਖੋ ਜੀ, ਇਹੋ ਮੈਂ ਗੱਲ ਕਰੋ, ਮੈਂ ਹੱਸਦਾ ਪਿਆ ਵੀ ਪ੍ਰੋਫੈਸਰ ਵੀ ਇੱਕ ਇਨਸਾਨ ਹੀ ਹੈ ਨਾ ਜੀ। ਉਹ ਵੀ ਪ੍ਰੋਫੈਸਰ ਤੁਹਾਡੇ ਵਿੱਚੋਂ ਕੋਈ ਉੱਠਦਾ ਹੈ, ਪੜ੍ਹਦਾ ਹੈ, ਬਣਦਾ ਹੈ। ਤੇ ਇਹ ਜਿਹੜਾ ਇੱਕ ਨਾ ਪ੍ਰੋਫੈਸਰੀ ਵਾਲਾ ਸੋ ਕਾਰਡ ਲੱਗਾ ਹੋਇਆ ਨਾ, ਵੀ ਉਹਦੇ ਵਾਸਤੇ ਪਾਈ ਹੋਵੇ ਜੀ, ਤੇ ਸਖਤ ਮਿਜ਼ਾਜ ਹੋਵੇ, ਤੇ ਜਿਹੜਾ ਨਾ ਆਪਣੇ ਸਟੂਡੈਂਟਸ ਨੂੰ ਜਾਂ ਜਿਹੜਾ ਬੰਦਿਆਂ ਨੂੰ ਇਹੀ ਵੇਖੇ ਵੀ ਜਿਵੇਂ ਅਸਲੂ ਹੀਣੇ ਹਨ, ਉਹ ਸਿਸਟਮ ਮੈਂ ਨਹੀਂ ਰੱਖਾ, ਉਹ ਸਿਸਟਮ ਮੈਂ ਤੋੜਿਆ। ਮੈਂ ਇੱਕ ਆਮ ਬੰਦਾ ਹਾਂ ਇਸ ਮਿੰਚਨਾਬਾਦ ਦੀ ਧਰਤੀ ਦੇ ਵਿੱਚੋਂ, ਜਿਹੜਾ ਸਾਡਾ ਜਾਮਪਾਲ ਵੀ ਇੱਥੋਂ ਦਾ ਹੀ ਹੈ। ਤੇ ਕੋਈ ਆਦੇ ਆਪ ਉਹ ਸ਼ਰੀਆ ਨਾ ਤੇ ਉਹ ਪ੍ਰੋਫੈਸਰੀ ਵਾਲਾ ਆਇਆ ਜੀ, ਤੇ ਨਾ ਹੀ ਕੋਈ ਅਸੀਂ ਸਟਾਰ ਸਟੂਰ ਆਏ, ਤੇ ਨਾ ਹੀ ਕੋਈ ਐਡੀ ਖਿਦਮਤ ਕੀਤੀ ਪੰਜਾਬੀ ਦੀ। ਅਸੀਂ ਕੀ ਖਿਦਮਤ ਕਰਨੀ ਪੰਜਾਬੀ ਦੀ? ਪੰਜਾਬੀ ਨੇ ਸਾਡੀ ਖਿਦਮਤ ਕੀਤੀ। ਬਹੁਤ ਸ਼ੁਕਰੀਆ ਤੁਹਾਡਾ ਜੀ ਵਾਜ਼ਿਸ਼ ਜੀ। ਤੇ ਤਾਲੀਮ ਜੀ ਤੁਸੀਂ ਕਿੰਨੀ ਕੀਤੀ? ਪੜ੍ਹੇ ਕਿੰਨੇ ਤੇ ਕਿੱਥੋਂ ਕੀਤੀ ਹੈ ਜੀ? ਤਾਲੀਮ ਨਾਲ ਜੀ ਪ੍ਰਾਇਮਰੀ ਸਕੂਲੇ ਆ, ਇੱਥੇ ਤੁਸੀਂ ਲੰਘ ਤੇ ਆਏ ਉਸ ਇੱਥੇ ਜੀ ਛੋਟੇ ਖਾਂਦੇ ਰਹੇ ਅਸੀਂ। ਉਦੋਂ ਮਾਰ ਨਹੀਂ ਪਿਆਰ ਵਾਲਾ ਰੌਲਾ ਕੋਈ ਨਹੀਂ ਆਇਆ। ਅੱਛਾ ਹਾਂ, ਉਦੋਂ ਜੇ ਹਾਂ ਵੀ ਤੋਂ ਪੜ੍ਹਦੇ ਐਵੇਂ ਆ ਵੀ ਮਾਰ ਨਹੀਂ ਪਿਆਰ। ਅੱਛਾ ਹਾਂ, ਕਿ ਕੁੱਟਣਾ ਜੀ, ਤੇ ਉਹ ਘਰੋਂ ਜੇ ਕੁੱਟੀ ਤੇ ਆਂਦੇ ਆ ਘਰੀ, ਉਹ ਕੁੱਟੀ ਤੇ ਆਂਦੇ ਘਰੀ ਆਦਤ ਸਿਰ ਘਰੀ ਵੀ ਜਿੱਤੇ ਪੈਂਦੇ। ਅੱਛਾ ਜੀ। ਹਾਂ, ਉਦੋਂ ਜਿਹੜਾ ਨਾ ਤਾਲੀਮ ਦਾ ਇਹ ਸੀ ਵੀ ਅਸਾਤਜ਼ਾ ਦੀ ਵੀ ਬੜੀ ਇੱਜ਼ਤ ਆਈ। ਅਸੀਂ ਉਸਤਾਦਾਂ ਦੇ ਕੰਮ ਵੀ ਕਰਦੇ ਆ। ਮੈਂ ਘਰ ਦਾ ਕੰਮ ਜ਼ਿੰਦਗੀ 'ਚ ਕਦਰ ਹੀ ਕੀਤਾ ਸੀ। ਅੱਛਾ ਜੀ। ਲੇਕਿਨ ਮੇਰੇ ਉਸਤਾਦ ਮੋਹਤਰਮ ਮੁਸਤਫਾ ਸਾਹਿਬ, ਉਹਨਾਂ ਦੇ ਮੈਂ ਮਾਲ ਨੂੰ ਪਾਣੀ ਵੀ ਪਵਾਉਂਦਾ ਰਿਹਾ, ਔਰ ਅਲਹਮਦੁਲਿਲਾ ਮੈਨੂੰ ਇਸ ਚੀਜ਼ ਤੇ ਫਖਰ ਹੈ। ਪ੍ਰਾਇਮਰੀ ਜੀ ਇੱਥੋਂ, ਉਸ ਤੋਂ ਬਾਅਦ ਪਾਕਿਸਤਾਨ ਪਬਲਿਕ ਸਕੂਲ ਮੈਕਲੋਡਗੰਜ ਉੱਥੇ ਚਲਾ ਗਿਆ, ਫਿਰ ਮਿੰਚਨਾਬਾਦ, ਬਾਬਲ ਨਗਰ, ਤੇ ਐਮਏ ਵਾਸਤੇ ਓਰੀਐਂਟਲ ਕਾਲਜ ਹੈ ਪੰਜਾਬ ਯੂਨੀਵਰਸਿਟੀ, ਉੱਥੋਂ ਐਮਏ ਪੰਜਾਬੀ ਕੀਤਾ ਜੀ, ਐਮਫਿਲ ਵੀ ਉੱਥੇ, ਪੀਐਚਡੀ ਵੀ ਉੱਥੇ ਚੱਲ। ਇਹ ਹੈ ਜੀ। ਤੇ ਪੰਜਾਬੀ ਜੀ ਤੁਹਾਡਾ ਬਚਪਨ ਦੀ ਸ਼ੌਕ ਹੈ ਕਿ ਮੈਂ ਪੰਜਾਬੀ ਨੂੰ ਜੀ? ਬਚਪਨ ਤੋਂ ਸ਼ੌਕ ਆ ਪੰਜਾਬੀ। ਐਵੇਂ ਨਾ ਜੀ, ਇਹ ਮੇਰੇ ਕੋਲ ਨਾ ਜਦੋਂ ਮੈਂ ਪ੍ਰੋਫੈਸਰੀ ਦਾ ਇਮਤਿਹਾਨ ਦਿੱਤਾ, ਅੱਛਾ, ਉਹ ਵੀ ਇਹ ਸਵਾਲ ਮੇਰੇ ਕੋਲ ਉਹਨਾਂ ਨੇ ਕੀਤਾ ਸੀ। ਉਹਨਾਂ ਨੇ ਆਖਿਆ ਸੀ ਵੀ ਤੁਸੀਂ ਪੰਜਾਬੀ ਵੱਲੇ ਕਿਵੇਂ ਆਏ, ਵੀ ਹੋਰ ਬੜੇ ਸ਼ੋਬੇ ਆਏ। ਬੜੇ ਸ਼ੋਬੇ ਜੀ।
ਮੈਂ ਨਾ ਜੀ ਪਹਿਲੀ ਗੱਲ ਤੇ ਜੀ ਜਦੋਂ ਆਦੇ ਅੱਖ ਖੁੱਲੀ ਹੋਸ਼ ਹਵਾਸ ਵਿੱਚ ਆਏ ਉਦੋਂ ਹੀ ਵੇਖਿਆ ਵੀ ਸਾਰੇ ਪਾਸੇ ਪੰਜਾਬੀ ਆ। ਸਾਡੇ ਬਜ਼ੁਰਗ ਮੇਰੇ ਦਾਦਾ ਜੀ ਸਾਡੀ ਕੱਚੀ ਬੈਠਕ ਹੁੰਦੀ ਹੈ ਉਹਦੇ ਵਿੱਚ ਨਾ ਕਿੱਸਾ ਯੂਸਫ ਅਲੈਹਿਸਲਾਮ ਉਹ ਪਿਆ ਹੁੰਦਾ ਹਾ। ਫਿਰ ਇੱਥੇ ਬਾਬਾ ਹਾਜੀ ਸ਼ੇਰ ਹੁੰਦਾ ਹਾ ਨਾਈ ਉਹਦਾ ਪੁੱਤਰ ਹਾਜੀ ਅੱਲਾਹ ਦਾ ਨਾਈ ਉਹ ਮਰਕ ਹੁੰਦੀ ਹੈ ਇਹਨਾਂ ਤੋਂ ਕਿਤਾਬ ਹਜ਼ਰਤ ਯੂਸਫ ਅਲੈਹਿਸਲਾਮ ਦੀ ਪੜ੍ਹਦੇ ਆ ਉਹ ਪੰਜਾਬੀ ਵਿੱਚ ਆਈ। ਫਿਰ ਇੱਥੇ ਬਾਬਾ ਗੁਲਾਮ ਕਾਦਰ ਹੁੰਦਾ ਹਾ ਉਹ ਹੀਰ ਬਾਰਸ਼ਾਹ ਪੜ੍ਹਦਾ ਹਾ ਵੀ ਸ਼ੁਰੂ ਤੋਂ ਜਿਹੜਾ ਨਾ ਉਹ ਪੰਜਾਬੀ ਕੰਨਾਂ ਦੇ ਵਿੱਚ ਪੰਜਾਬੀ ਦੇ ਸ਼ੇਰ ਮਸੀਤ ਦੇ ਵਿੱਚ ਜਿਹੜਾ ਹੈ ਮੌਲਵੀ ਆਜ਼ਮ ਸਾਹਿਬ ਸਾਡੇ ਇਮਾਮ ਮਸਜਿਦ ਹੈ ਉਹ ਹਜ਼ਰਤ ਸੁਲਤਾਨ ਬਾਹੂ ਦਾ ਕਲਾਮ ਪੜ੍ਹਦੇ ਆ ਬਾਬਾ ਬੁੱਲੇ ਸ਼ਾਹ ਦਾ ਕਲਾਮ ਪੜ੍ਹਦੇ ਆ। ਸ਼ੁਰੂ ਤੋਂ ਕੰਨਾਂ ਦੇ ਵਿੱਚ ਜਿਹੜਾ ਨਾ ਜੀ ਇਹ ਰਸ ਹੋਣਾ ਸ਼ੁਰੂ ਹੋਇਆ ਪੰਜਾਬੀ ਦਾ। ਪੰਜਾਬੀ ਨੂੰ ਹੀ ਆਦਾ ਮੈਂ ਬਣਾ ਲਿਆ ਵੀ ਮੈਂ ਇਨਸ਼ਾਅੱਲਾ ਮੁੜ ਅੱਗੇ ਐਫਏ ਵਿੱਚ ਵੀ ਬੀਏ ਵਿੱਚ ਵੀ ਪੰਜਾਬੀ ਮੁੜ ਐਮਏ ਵੀ ਪੰਜਾਬੀ ਦੇ ਵਿੱਚ। ਤੇ ਜੀ ਤੁਸੀਂ ਇੱਕ ਕਿਤਾਬ ਵੀ ਲਿਖੀ ਹੈ ਪੰਜਾਬੀ ਉਹਨਾਂ ਤਾਰਫ ਕਰਾਓ ਸਾਨੂੰ ਜਿਹੜੀ ਕਿਤਾਬ ਤੁਸੀਂ ਲਿਖੀ। ਮੈਂ ਨਾ ਜੀ ਕਿਤਾਬ ਲਿਖੀ ਬਾਬਾ ਫਰੀਦੁੱਦੀਨ ਗੰਜ ਸ਼ਕਰ ਰਹਿਮਤੁல்லாਹ ਅਲੈਹ ਆਬਾਦ ਪਤਨ ਚ। ਉਹ ਅਸਲ ਵਿੱਚ ਨਾ ਜੀ ਉਹ ਕਿਤਾਬ ਲਿਖਣ ਦਾ ਮਕਸਦ ਕੀ ਸੀ ਕਿ ਜਿਹੜੀ ਗ੍ਰੰਥ ਸਾਹਿਬ ਹੈ ਨਾ ਬਾਬਾ ਗੁਰੂ ਨਾਨਕ ਜਿਹੜੇ ਸਿੱਖਾਂ ਦੀ ਜਿਹੜੀ ਮਜ਼ਹਬੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਜਿਹੜਾ ਬਾਬਾ ਫਰੀਦ ਦਾ ਕਲਾਮ ਪਿਆ ਸੀ ਉਹ ਅਸਲ ਵਿੱਚ ਆਪਾਂ ਆਪਣੇ ਤਾਂ ਕਪੜਾ ਹੀ ਹੋ ਸਰੀਏ ਉਹ ਮੈਂ ਕਲਾਮ ਨਾ ਮੈਂ ਕਿਹਾ ਵੀ ਉਹ ਕਲਾਮ ਇਕੱਠਾ ਕਰੀਏ ਔਰ ਜਿਹੜੇ ਉਹਨਾਂ ਦੇ ਓਰੀਜਨਲ ਸ਼ੇਰ ਹਨ ਲੋਕਾਂ ਤੱਕ ਉਹ ਲਿਆਈਏ ਕਿਉਂਕਿ ਨਾ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਦੌਰ ਹੈ ਇਹਦੇ ਵਿੱਚ ਨਾ ਕਈ ਸ਼ੇਰ ਅਲਾਮਾ ਇਕਬਾਲ ਨਾਲ ਮਨਸੂਬ ਕਰ ਦਿੰਦੇ ਨੇ ਕਈ ਸ਼ੇਰ ਗਾਲਬ ਨਾਲ ਕਈ ਸ਼ੇਰ ਬਾਬੇ ਫਰੀਦ ਦੇ ਕੋਈ ਹੋਰ ਫਰੀਦਾ ਕੇ ਮਿੱਟੀ ਦੇ ਵਿੱਚ ਤੂੰ ਮਿੱਟੀ ਹੋ ਜਾ ਤੇ ਫਲਾਣ ਤੇ ਟਮਕਾਨ ਇਹ ਜੇ ਰਲਾ ਬੜਾ ਇਹਨੂੰ ਰਲਾ ਸਕਦੇ ਆ ਅਸੀਂ ਜਿਹੜਾ ਨਾ ਦੂਜੀਆਂ ਚੀਜ਼ਾਂ ਵਿੱਚ ਪਾ ਦੇ। ਉਹ ਮੇਰਾ ਇਹ ਕੋਸ਼ਿਸ਼ ਸੀ ਵੀ ਇੱਕ ਸਾਫ਼ ਸ਼ਫਾਫ ਜਿਹੜਾ ਇਹਨਾਂ ਦਾ ਕਲਾਮ ਹੈ ਜਿਹੜਾ ਮੁਹੱਬਤ ਦਾ ਇਹਨਾਂ ਦਾ ਹੈ ਉਹ ਮੈਂ ਲੋਕਾਂ ਦੇ ਸਾਹਮਣੇ ਪੇਸ਼ ਕਰਾਂ ਇਹ ਮੇਰੀ ਇੱਕ ਕੋਸ਼ਿਸ਼ ਹੈ। ਫਿਰ ਮੈਂ ਇਹ ਕੀਤਾ ਵੀ ਉਸ ਦੌਰ ਦੇ ਜਿਹੜੇ ਕਈ ਲਫ਼ਜ਼ ਮੈਨੂੰ ਮਤਰੂਕ ਹੋ ਚੁੱਕੇ ਹੈ ਉਹ ਹੁਣ ਨਹੀਂ ਬੋਲੇ ਜਾਂਦੇ। ਬਾਬਾ ਫਰੀਦ 11ਵੀਂ 12ਵੀਂ ਸਦੀ ਦੀ ਗੱਲ ਹੈ ਤੇ ਉਦਾਂ ਦੀ ਜਿਹੜੀ ਪੰਜਾਬੀ ਵਾਲੀ ਪੰਜਾਬੀ ਬੜਾ ਫਰਕ ਹੈ ਬਲਕਿ ਹੁਣ ਇੰਨਾ ਫਰਕ ਲੱਗ ਗਿਆ ਹੈ ਵੀ ਹੁਣ ਕਿਸੇ ਜੈਂਡ ਜੀ ਨੂੰ ਤੁਸੀਂ ਆਖਦੇ ਹੋ ਵੀ ਯਾਰ ਮੇਰਾ ਝਟਕਾ ਹੋਰਾ ਫੜਾਵੀਂ ਜਾਂ ਬੋਝਾ ਆਖ ਲਵੇ ਉਹਨੂੰ ਪਤਾ ਹੀ ਨਹੀਂ ਹੋਣਾ ਉਹ ਆਖੇਗਾ ਵੀ ਝਟਕਾ ਕੀ ਹੁੰਦਾ ਹੈ ਉਹ ਸ਼ਰਟ ਜਾਂ ਵੱਧ ਕਮੀਜ਼ ਉਹ ਇਸ ਤਰ੍ਹਾਂ ਉਹ ਫਿਰ ਜਿਹੜੇ ਮਤਰੂਕ ਲਫ਼ਜ਼ ਹੈ ਉਹਨਾਂ ਦਾ ਵੀ ਉਹ ਤਰਜਮਾ ਉਹਨਾਂ ਦੇ ਮਾਨੀ ਜਿਹੜਾ ਹੈ ਫਿਰ ਆਸਾਨੀ ਦੇ ਵਿੱਚ ਉਰਦੂ ਵਿੱਚ ਨਾਲ ਪੰਜਾਬੀ ਚ ਔਰ ਨਾਲ ਅੰਗਰੇਜ਼ੀ ਚ। ਤੇ ਜੀ ਜਿਹਨੇ ਉਹਨੇ ਗਾੜੀ ਕਿਤਾਬ ਖਰੀਦਣੀ ਹੋਵੇ ਉਹ ਕਿੱਥੋਂ ਮਿਲੇਗੀ? ਉਹ ਕਿਤਾਬ ਜੀ ਆਪਣੇ ਕੋਈ ਲੱਭੇਗੀ। ਇੱਕ ਕਿਤਾਬ ਦਾ ਉਹ ਜਿਹੜਾ ਪਹਿਲਾ ਸੀ ਨਾ ਜੀ ਉਹ ਤੇ ਪੂਰ ਜਿਹੜਾ ਉਹ ਮੁੱਕ ਗਿਆ ਔਰ ਉਹ ਪੰਜਾਬ ਮੇਰੀ ਮਾਸ਼ਾਅੱਲਾ ਕਿਤਾਬ ਜਿਹੜੀ ਹੈ ਨਾ ਉਹ ਮੇਰੀ ਪੰਜਾਬ ਇਸ ਵਿੱਚ ਉਸ ਵਿੱਚ ਫਿਰ ਜਿਹੜਾ ਤਰੀਆ ਪੰਜਾਬ ਸਾਡਾ ਕੈਨੇਡਾ ਹੈ ਜਾਂ ਜਿੱਥੇ ਪੰਜਾਬੀ ਵਸਦੇ ਨੇ ਕਿਤਾਬ ਬਹੁਤ ਵਿਕੀ ਅਲਹਮਦੁਲਿਲਾ। ਤੇ ਹੁਣ ਉਹ ਕਿਤਾਬ ਜਿਹੜੀ ਹੈ ਨਾ ਜੀ ਉਹ ਇਸ ਵਕਤ ਪਬਲਿਸ਼ ਮੈਂ ਦੁਬਾਰਾ ਕਰਵਾ ਰਿਹਾ ਹਾਂ ਤੇ ਥੋੜੇ ਦਿਨਾਂ ਤੱਕ ਉਹ ਜਨਾਬ ਮੈਂ ਇਨਸ਼ਾਅੱਲਾ ਉਹ ਜਿਹੜੇ ਚਾਹੀਦੀ ਹੋਵੇ ਉਹ ਤੁਹਾਡੇ ਤਵੱਸਤ ਨਾਲ ਜਾਂ ਮੇਰੇ ਨੰਬਰ ਤੇ ਰਾਬਤਾ ਕਰ ਲਵਾਂਗੇ। ਤੇ ਇਹ ਤੁਹਾਡੇ ਖਿਆਲ ਕਿਵੇਂ ਆਇਆ ਕਿ ਮੈਂ ਵੀਡੀਓ ਪੰਜਾਬੀ ਦੇ ਵਿੱਚ ਬਣਾਵਾਂ? ਇੱਕ ਪ੍ਰੋਫੈਸਰ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਿਵੇਂ ਤੁਸੀਂ ਦੱਸ ਰਹੇ ਸੀ। ਹਾਂਜੀ ਤੇ ਤੁਸੀਂ ਕਿਵੇਂ ਮੈਨੇਜਮੈਂਟ ਕਰਦੇ? ਵਾਕਿਆ ਹੀ ਟਾਈਮ ਦੀ ਮੈਨੇਜਮੈਂਟ ਤਾਂ ਹੁੰਦੀ ਹੈ ਜੀ। ਕੋਈ ਵੀ ਕੰਮ ਜਿਹੜਾ ਵੀ ਹੈ ਨਾ ਜੀ ਉਹ ਬਣਾਉਂਦਾ ਹੈ ਤੇ ਉਹ ਵੀਡੀਓ ਬਣਾਉਣ ਦਾ ਖਿਆਲ ਆਇਆ ਸੀ ਇਸ ਵਜ੍ਹਾ ਤੋਂ ਨਾ ਜੀ ਕਿ ਮੈਂ ਨਾ ਸ਼ੁਰੂ ਤੋਂ ਮੇਰੀ ਤਬੀਅਤ ਐਵੇਂ ਹੈ ਜੀ ਮੈਂ ਆਪਣੀ ਵੀਡੀਓ ਨਾ ਜੀ ਮੈਂ ਸਹੀ ਤੁਹਾਨੂੰ ਦੱਸਾਂ ਤੁਹਾਡੇ ਤਵੱਸਤ ਨਾਲ ਮੈਂ ਵੀਡੀਓ ਇਬਾਦਤ ਸਮਝਦਾ ਕਿ ਮੈਂ ਆਨਾ ਵੀ ਇਸ ਟੈਨਸ਼ਨ ਦੇ ਦੌਰ ਦੇ ਵਿੱਚ ਹਰ ਬੰਦੇ ਨੂੰ ਕੋਈ ਬੰਦਾ ਟੈਨਸ਼ਨ ਤੋਂ ਬਗੈਰ ਤੁਸੀਂ ਹੋ ਨਾ ਤੁਸੀਂ ਸਟੂਡੈਂਟ ਹੋ ਪੜ੍ਹਦੇ ਪਏ ਹੋ ਤੁਹਾਨੂੰ ਨੌਕਰੀ ਦੀ ਟੈਨਸ਼ਨ ਹੈ ਇੱਕ ਜ਼ਿਮੀਦਾਰ ਫਸਲ ਲਾ ਲੈਂਦਾ ਹੈ ਉਹਨੂੰ ਫਸਲ ਦੀ ਟੈਨਸ਼ਨ ਹੈ ਕਾਰੋਬਾਰੀ ਹੈ ਉਹਨੇ ਕਾਰੋਬਾਰ ਵਿੱਚ ਪੈਸਾ ਇਨਵੈਸਟ ਕੀਤਾ ਉਹਨੂੰ ਕਾਰੋਬਾਰ ਦੀ ਫਿਕਰ ਹੈ ਯਾਨੀ ਕਿ ਹਰ ਬੰਦੇ ਨੂੰ ਟੈਨਸ਼ਨ ਹੈ। ਕਿਸੇ ਦੀ ਸਲੀਮ ਭਾਈ ਤਰ੍ਹਾਂ ਸ਼ਾਦੀ ਨਹੀਂ ਹੋਈ ਉਹਨੂੰ ਟੈਨਸ਼ਨ ਹੈ ਤੇ ਜਿਸ ਦੀ ਭਾਈ ਉਮਰ ਫਰੂਕ ਤਰ੍ਹਾਂ ਹੋ ਗਈ ਹੈ ਆਪਣਾ ਉਹਨੂੰ ਟੈਨਸ਼ਨ ਹੈ। ਹਰ ਬੰਦਾ ਟੈਨਸ਼ਨ ਹੈ। ਮੈਂ ਇਹ ਚਾਹੁੰਦਾ ਸੀ ਵੀ ਮੈਂ ਯਾਰ ਨਾ ਕੋਈ ਇਹ ਜਿਹੇ ਕਲਿੱਪ ਛੋਟੇ ਛੋਟੇ ਬਣਾਵਾਂ ਯਾਰ ਬੰਦਾ ਟੈਨਸ਼ਨ ਨਾਲ ਦੇ ਵਿੱਚ ਰਾਤ ਨੂੰ ਜਾਂ ਸ਼ਾਮ ਨੂੰ ਜਾਂ ਸਵੇਰ ਟਾਈਮ ਖੋਲ੍ਹਿਆ ਦਾ ਮੋਬਾਈਲ ਤੇ ਉਹ ਜਦੋਂ ਵੇਖਣਾ ਤਾਂ ਉਹਦੇ ਹਾਸਾ ਆ ਜਾਂਦਾ ਥੋੜੀ ਦੇਰ ਲਈ ਉਹ ਆਦੇ ਗਮਾਂ ਨੂੰ ਫਰਮੋਸ਼ ਕਰ ਮੇਰਾ ਸਿਰਫ ਮਕਸਦ ਹੈ। ਹੋਰ ਮੇਰਾ ਕੋਈ ਮਕਸਦ
ਮੇਰਾ ਚੈਨਲ ਦੀ ਮੈਂ ਮੋਨੀਟਾਈਜੇਸ਼ਨ ਦਾ ਮੈਨੂੰ ਪਤਾ ਹੀ ਨਹੀਂ ਸੀ। ਅੱਛਾ ਭਾਈ ਨਾਸਰ ਢਿੱਲੋਂ ਨੇ ਕਰ ਦਿੱਤਾ, ਉਹਨਾਂ ਨੇ ਤੇਰਾ ਚੈਨਲ ਕਦੇ ਦਾ ਮੋਨੀਟਾਈਜ਼ ਹੋਇਆ ਪਿਆ ਜੀ ਨਾ। ਮੈਂ ਕਦੇ ਸਰ ਜੀ ਮੈਨੂੰ ਬੰਦੇ ਆ ਕੋਈ ਹੋਰ ਫੜ ਲਵੇ ਤੇ ਵੇਖ ਲਵੇ ਜਾਂ ਡੈਸ਼ਬੋਰਡ ਖਾਵੀ ਨਾ, ਮੈਨੂੰ ਆਦੇ ਡੈਸ਼ਬੋਰਡ ਦਾ ਅੱਛਾ ਪਤਾ ਜੀ। ਹੁੰਦਾ, ਮੈਂ ਕਦੇ ਵੇਖਿਆ ਹੀ ਨਹੀਂ। ਤੇ ਇਹਦੀ ਅਰਨਿੰਗ ਦੀ ਕੋਈ ਨਹੀਂ ਆਇਆ ਜੀ ਤੁਹਾਨੂੰ? ਅਰਨਿੰਗ ਆਈ ਆਂਦੀ ਹੁਣ ਆਂਦੀ ਮਾਸ਼ਾਅੱਲਾ ਅੱਛੀ ਖਾਸੀ ਆ ਜਾਂਦੀ। ਤੇ ਜਿੱਥੇ ਤੁਸੀਂ ਬਣਾਉਂਦੇ ਨੇ ਜੀ ਹਾਂਜੀ। ਜਨਾਬਾਦ, ਉਹ ਤੇ ਜਿਹੜੇ ਤੁਹਾਡੇ ਸਟੂਡੈਂਟ ਨੇ ਤਾਲਬ ਇਲਮ, ਉਹ ਤੁਹਾਡੀ ਵੀਡੀਓ ਵੇਖ ਕੇ ਤੁਹਾਨੂੰ ਕੀ ਮਸ਼ਵਰਾ ਦਿੰਦੇ? ਖੁਸ਼ ਹੁੰਦੇ ਨੇ ਜੀ, ਖੁਸ਼ ਹੁੰਦੇ ਨੇ। ਅੱਗੇ ਮੈਂ ਨਾ ਜੀ ਉੱਥੇ ਜੀ। ਬੈਠਾ ਗੱਲ ਕਰਦਾ ਪਿਆ ਜੀ ਕਿ ਫਰਿਆਦ ਨਾਲ ਮੈਂ ਗੱਲ ਕੀਤੀ ਹੈ ਵੀ ਸਟੂਡੈਂਟ ਜਿਹੜੇ ਹਨ ਨਾ ਜੀ, ਜੀ ਉਹਨਾਂ ਨੂੰ ਹੁਣ ਨਾ ਪਿਆਰ ਮੁਹੱਬਤ ਵਾਲਾ ਮਾਹੌਲ ਚਾਹੀਦਾ ਹੈ। ਜੀ। ਅਗਲਾ ਜ਼ਮਾਨਾ ਨਹੀਂ ਰਹਿ ਗਿਆ ਜੀ ਤੇ ਉਹ ਬੱਚਿਆਂ ਨਾਲ ਨਾ ਅਸੀਂ ਟਰੀਟ ਉਵੇਂ ਹੀ ਕਰਨੇ ਆ ਜੀ ਜਿਵੇਂ ਮੈਂ ਆਪਣੀ ਵੀਡੀਓਜ਼ ਵਿੱਚ ਹੁੰਦਾ ਨਾ, ਬੱਚਿਆਂ ਨਾਲ ਵੀ ਉਵੇਂ ਟਰੀਟ ਕਰਨੇ ਆ। ਬੱਚੇ ਤੋਂ ਜ਼ਿਆਦਾ ਕਰੀਬ ਆਉਂਦੇ ਨੇ ਜੀ ਔਰ ਇਹਦੇ ਜ਼ਰੀਏ ਤੁਸੀਂ ਉਹਨਾਂ ਨੂੰ ਨਾ ਹੌਲੀ ਹੌਲੀ ਸਿਖਾ ਸਕਦੇ ਹੋ ਜੀ ਪਿਆਰ ਮੁਹੱਬਤ ਨਾਲ ਨਾ ਜੀ। ਜੀ। ਕਿਸੇ ਨੂੰ ਵੀ ਹੰਜ਼ਲਾ ਬਾਈ ਤੁਸੀਂ ਜਦੋਂ ਪਿਆਰ ਮੁਹੱਬਤ ਨਾਲ ਕਿਸੇ ਨਾਲ ਗੱਲ ਕਰਦੇ ਹੋ ਤਾਂ ਗੱਲ ਜ਼ਿਆਦਾ ਪਿਕ ਕਰਦਾ ਹੈ ਜੀ। ਬਜਾਏ ਇਸ ਦੇ ਕਿ ਨੂੰ ਤੁਸੀਂ ਡਾਂਟ ਕੇ ਕਰੋ। ਜੀ ਤੇ ਮੇਰਾ ਅਲਹਮਦੁਲਿਲਾ ਜੀ ਸਟੂਡੈਂਟਸ ਐਵੇਂ ਹਨ ਵੀ ਆ ਤੁਹਾਡੇ ਨਾਲ ਜਿਹੜੇ ਪੋਡਕਾਸਟ ਵਾਲੇ ਆਏ ਨੇ ਦੋਸਤ, ਉਹ ਵੀ ਮੇਰੇ ਹੈਂ? ਮੁਹੰਮਦ ਅਲੀ ਜੀ ਸਾਹਿਬ। ਮੁਹੰਮਦ ਅਲੀ ਸਾਹਿਬ, ਇਹ ਵੀ ਮੇਰੇ ਕੋਲ, ਇਹ ਹਾਲਾਂਕਿ ਪੰਜਾਬੀ ਨਹੀਂ ਇਹਨਾਂ ਰੱਖੀ ਹੋਈ ਹੈ, ਲੇਕਿਨ ਇਹ ਮੇਰੀ ਕਲਾਸ ਵਿੱਚ ਵੈਸੇ ਆ ਜਾਂਦੇ ਜੀ। ਆ। ਮੇਰੀ ਕਲਾਸ ਵਿੱਚ ਐਫਐਸਸੀ ਦੇ ਬੱਚੇ ਵੀ ਆ ਜਾਂਦੇ ਆ ਕਿ ਅਸੀਂ ਨਾ ਜੀ ਪੰਜਾਬੀ ਤੁਸੀਂ ਬੋਲਦੇ ਨੇ, ਅਸੀਂ ਪੰਜਾਬੀ ਤੁਹਾਡੇ ਸ਼ੇਰ ਜਾਂ ਅਸੀਂ ਸੁਣਨੇ ਜੀ ਜੀ ਸਾਡੇ ਇਲਾਕੇ ਦੇ ਵਿੱਚ ਜੀ ਤੁਹਾਡੇ ਕਾਫੀ ਜ਼ਿਆਦਾ ਸਟੂਡੈਂਟ ਨੇ ਬੜੇ ਅਲਹਮਦੁਲਿਲਾ ਜੋ ਉਸ ਇਲਾਕੇ ਬੜਾ। ਔਰ ਮੇਰੇ ਕੋਲ 200 ਬੱਚੇ ਦੀ ਕਲਾਸ ਹੁੰਦੀ ਸੀ। ਜੀ ਜੀ ਔਰ ਮਜ਼ੇ ਦੀ ਗੱਲ ਮੈਂ ਤੁਹਾਨੂੰ ਅੱਗੇ ਦੱਸਦਾ ਪਿਆ ਜੀ। ਮੈਨੂੰ ਨਾ ਜੀ 200 ਕਲਾਸ ਦਾ ਜਿਹੜਾ ਬੱਚਾ ਸਾਰਿਆਂ ਦੇ ਨਾਮ ਜ਼ੁਬਾਨੀ ਯਾਦ ਹੈ। ਮੈਂ ਕਿਸੇ ਦਾ ਰੋਲ ਨੰਬਰ ਨਾਲ ਕਦੇ ਨਹੀਂ ਕਿਸੇ ਨੂੰ ਸੱਦਾ ਸੀ। ਜੀ ਮੈਨੂੰ ਪਤਾ ਸੀ ਵੀ ਆ ਫਲਾਣਾ ਉਮਰ ਹੈ, ਫਲਾਣਾ ਰਸ਼ੀਦ ਹੈ, ਫਲਾਣਾ ਫਰੂਕ ਹੈ, ਸਾਰਾ ਦਾ ਪਤਾ ਸੀ। ਤੇ ਤੁਸੀਂ ਪ੍ਰੋਫੈਸਰ ਬਣਾਉਂਦੇ ਨੇ ਜੀ, ਤੇ ਵੀਡੀਓ ਵੀ ਬਣਾਉਂਦੇ ਨੇ, ਤੇ ਤੁਹਾਨੂੰ ਅੱਛਾ ਕਿਹੜਾ ਲੱਗਦਾ ਹੈ ਜਾਂ ਅੱਛਾ। ਮੁਸ਼ਕਲ ਕਿਹੜੀ ਪੇਸ਼ ਆਉਂਦੀ ਕੋਈ ਹੈ? ਵੀ ਮੁਸ਼ਕਿਲ, ਪੜਾਉਣਾ ਵੀ ਬੜਾ ਸਵਾਦੀ ਕੰਮ ਹੈ। ਜੀ ਪੜਾਉਣਾ ਐਵੇਂ ਸਵਾਦੀ ਕੰਮ ਹੈ ਨਾ ਜੀ ਕਿ ਤੁਹਾਨੂੰ ਪੜਾਉਣਾ ਆਉਂਦਾ ਹੋਵੇ ਜੀ ਤੇ ਅੱਗੇ ਤੁਹਾਡੇ ਸਟੂਡੈਂਟ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਸਿਖਾ ਸਕਦੇ ਹੋ, ਜੀ ਬੜਾ ਕੁਝ ਸਿਖਾ ਸਕਦੇ ਹੋ। ਉਸਤਾਦ ਦਾ ਕੰਮ ਨਾ ਜੀ ਸਿਰਫ ਅਸੀਂ ਲੋਕਾਂ ਨੇ ਇਹ ਸਮਝ ਲਿਆ ਵੀ ਕਿਤਾਬ ਪੜ੍ਹਾਉਣਾ ਹੈ, ਜੀ। ਨਹੀਂ। ਉਸਤਾਦ ਬੜਾ ਕੁਝ ਸਿਖਾ ਸਕਦਾ ਹੈ। ਉਸਤਾਦ ਜ਼ਿੰਦਗੀ ਸਿਖਾ ਸਕਦਾ ਹੈ, ਜ਼ਿੰਦਗੀ ਗੁਜ਼ਾਰਨ ਦਾ ਫਨ ਸਿਖਾ ਸਕਦਾ ਹੈ। ਉਸਤਾਦ ਇਹ ਸਿਖਾ ਸਕਦਾ ਹੈ ਵੀ ਆਪ ਵੱਡੇ ਦੀ ਇੱਜ਼ਤ ਕਿਵੇਂ ਕਰਨੀ ਹੈ, ਤੁਰਨਾ ਫਿਰਨਾ ਕਿਵੇਂ ਹੈ, ਖਾਣਾ ਪੀਣਾ ਕਿਵੇਂ ਹੈ, ਆਪ ਤੋਂ ਵੱਡੇ ਨਾਲ ਕਿਵੇਂ ਪੇਸ਼ ਆਉਣਾ, ਤੁਹਾਡੇ ਰਵੱਈਏ ਕਿੰਝ ਦੇ ਹੋਣੇ ਚਾਹੀਦੇ ਨੇ, ਤੁਹਾਡੇ ਅੰਦਰ ਨਰਮੀ ਹੋਣੀ ਚਾਹੀਦੀ ਹੈ, ਮੁਹੱਬਤ ਹੋਣੀ ਚਾਹੀਦੀ ਹੈ। ਉਸਤਾਦ ਬੜਾ ਕੁਝ ਸਿਖਾ ਸਕਦਾ ਹੈ। ਉਸਤਾਦ ਸਿਰਫ ਕਿਤਾਬ ਦੇ ਹਵਾਲੇ ਨਾਲ ਉਸਤਾਦ ਨਹੀਂ ਹੁੰਦਾ। ਤੇ ਇਸ ਲਈ ਸਮਝਦੇ ਅੱਲਾਹ ਤਾਲਾ ਨੇ ਸਾਨੂੰ ਇਹ ਬੜਾ ਵੱਡਾ ਪਲੇਟਫਾਰਮ ਦਿੱਤਾ ਹੈ ਕਿ ਜਿਹਦੇ ਜ਼ਰੀਏ ਅਸੀਂ ਜਿਹੜੀ ਨੌਜਵਾਨ ਨਸਲ ਹੈ, ਨੌਜਵਾਨ ਪੀੜ੍ਹੀ ਹੈ, ਉਹਨਾਂ ਦੀ ਜ਼ਿਹਨ ਸਾਜ਼ੀ ਕਰ ਸਕਦੇ ਹਾਂ। ਸੋ ਅਸੀਂ ਜਨਾਬ ਨਾਲ ਇਹ ਕਰਨੇ ਆ। ਇਹ ਸੋਸ਼ਲ ਮੀਡੀਆ ਤੁਸੀਂ ਚਲਾਉਂਦੇ ਨੇ ਹਾਂਜੀ। ਤੇ ਤੁਹਾਡੀ ਜ਼ਿੰਦਗੀ 'ਚ ਕੋਈ ਤਬਦੀਲੀ ਕਿਹੜੀ ਆਈ ਹੈ? ਬੜੀ ਤਬਦੀਲੀ ਹੈ। ਮੇਰੀ ਸਭ ਤੋਂ ਵੱਡੀ ਤਬਦੀਲੀ ਇਹ ਆਈ ਬਰਦਾਸ਼ਤ। ਬਰਦਾਸ਼ਤ। ਅੱਛਾ ਬਾਲਕਾਤ ਨਾ ਜੀ ਕਮੈਂਟ ਅੱਗੇ ਨਾ ਮੈਨੂੰ ਕੋਈ ਨੈਗੇਟਿਵ ਕਰਦਾ ਜੀ ਤੇ ਮੈਂ ਬੜਾ ਅਜੀਬ ਫੀਲ ਕਰਦਾ। ਅੱਛਾ ਜੀ। ਹੁਣ ਮੈਂ ਇਸ ਨਤੀਜੇ ਤੇ ਅਪੜ ਗਿਆ ਸੋਸ਼ਲ ਮੀਡੀਆ ਤੇ ਵੀ ਇਹ ਐਸਾ ਪਲੇਟਫਾਰਮ ਹੈ ਜੀ ਜਿੱਥੇ ਤੁਸੀਂ ਆਦੀ ਜੋ ਤੁਹਾਡੇ ਦਿਲ ਨੂੰ ਚੰਗੀ ਗੱਲ ਲੱਗਦੀ ਉਹ ਜੀ, ਕਰੋ। ਕਰੋ ਜੀ। ਅਗਲੇ ਬੰਦੇ ਨੂੰ ਭੈੜੀ ਲੱਗਦੀ ਹੈ ਤੇ ਉਹ ਅੰਗੂਠਾ ਹੀ ਚੱਕਰੇ ਇਹੀ ਕਰੇ ਜਾਂ ਤੁਹਾਨੂੰ ਬਲਾਕ ਚ ਕਰੇ। ਜੀ। ਠੀਕ ਹੈ ਨਾ, ਤੁਸੀਂ ਕਿਸੇ ਦੀ ਟੈਨਸ਼ਨ ਨਹੀਂ ਲੈਣੀ। ਜੀ ਠੀਕ ਹੈ ਨਾ। ਤਬੀਅਤ ਦੇ ਮੁਆਫਕ ਜੀ। ਕਈ ਕਮੈਂਟ ਕਰਦੇ ਨੇ, ਕਈ ਨਾ ਮੁਆਫਕ ਵੀ ਕਰ ਦਿੰਦੇ ਨੇ। ਉਹਨਾਂ ਨੂੰ ਚੁੱਪ ਕਰਕੇ ਸਮਝਾਵੀਦਾ। ਜੇ ਜ਼ਿਆਦਾ ਬਦਤਮੀਜ਼ੀ ਕਰਨ ਤੇ ਬਲਾਕ ਲਿਸਟ ਮੇਰੀ ਤੇ ਭਰੀ ਪਈ ਹੈ। ਮੇਰੇ ਉਹਨੇ ਫਾਲੋਅਰ ਨਹੀਂ ਹੋਣੇ ਜਿੰਨੇ ਬਲਾਕ ਕੀਤੇ। ਹਾਂ ਜੀ। ਤੇ ਹੁਣ ਜੀ ਤੁਹਾਡੇ ਤੁਸੀਂ ਸ਼ੌਂਕ ਦੇ ਬਾਰੇ ਦੱਸੋ ਜੀ। ਸ਼ੌਂਕ ਕਿਸ ਚੀਜ਼ ਬਾਰੇ? ਸ਼ੌਕ ਨਾ ਜੀ ਮੈਨੂੰ ਤੁਰਨ ਫਿਰਨ ਦਾ। ਜੀ ਅਲਹਮਦੁਲਿਲਾ ਜੀ ਮੈਂ 7 ਮੁਲਕ ਵਿਜ਼ਿਟ ਕਰ ਚੁੱਕਾ। ਹਾਂਜੀ ਉਹ ਮੈਂ ਪੁੱਛਣਾ ਸੀ ਤੇ ਟ੍ਰੈਵਲਿੰਗ ਦਾ ਜੀ। ਮੈਂ ਮਜ਼ੀਦ ਵੀ ਕਰਾਂਗਾ ਜੀ। ਇਸ ਵਾਰੀ ਵੀ ਜਾ ਰਿਹਾ ਮੈਂ ਪਾਕੂ ਜੀ। ਤੇ ਫੀਫਾ ਵਰਲਡ ਕੱਪ ਵਾਸਤੇ ਅਪਲਾਈ ਕੀਤਾ। ਅੱਛਾ ਜੀ। ਅੱਲਾਹ ਕਰੇ ਅਮਰੀਕਾ ਦਾ ਲੱਗ ਜਾਏ ਵੀਜ਼ਾ। ਮੈਂ ਹਟ ਆਸਾਂ ਬਾਹਰ ਲੈ ਜੀ ਵੀ ਉੱਥੇ ਰਹਿੰਦਾ ਨਹੀਂ। ਤੇ ਟਰੈਵਲਿੰਗ ਦਾ ਸ਼ੌਕ ਹੈ ਜੀ। ਖਾਣ ਪੀਣ ਦਾ ਬੜਾ ਸ਼ੌਕ ਹੈ। ਪੰਜਾਬੀ ਤੁਹਾਨੂੰ ਪਤਾ ਹੈ ਜੀ ਮੇਰਾ ਅੱਲਾਹ ਕਿਤੇ 100 ਕਿਲੋ ਵਜ਼ਨ ਹੋ ਗਿਆ ਤਾਂ ਮਾਂ ਮੈਨੂੰ ਵਾਲੀ ਵਿਆਹ ਦੀ ਕਮਜ਼ੋਰ ਹੋਇਆ ਜਾਂਦਾ। ਜੀ ਸੁਬਾਹ ਨਾਲ ਉੱਠ ਤੇ ਜਨਾਬ ਪਰਾਠੇ ਖਾਣੇ। ਜੀ ਉਹ ਸਾਡਾ ਯਾਨੀ ਖਾਣ ਪੀਣ ਵਾਲਾ ਜਿਹੜਾ ਪੰਜਾਬੀਆਂ ਦਾ ਇੱਕ ਹੈ ਉਹ ਸ਼ੌਕ ਹੈ ਜੀ। ਤੇ ਲੇਕਿਨ ਉਹ ਮੈਂ ਆ ਨਾ ਵੀ ਉਹ ਸ਼ੌਕ ਮੌਜੂਦ ਹੀ ਹੋਣਾ ਚਾਹੀਦਾ। ਬੰਦੇ ਨੂੰ ਸਲਿਮ ਫਿੱਟ ਹੋਣਾ ਚਾਹੀਦਾ। ਆ ਜਿਹੜਾ ਹਾਰਟ ਅਟੈਕ ਬੜੇ ਹੁੰਦੇ ਪਏ ਨੇ, ਜੇ ਤੁਸੀਂ ਘਣਾ ਖਾਓ ਤਾਂ ਮੁੜ ਨਾਲ ਕੰਮ ਵੀ ਕਰੇਗਾ। ਜੀ ਹੈਂ। ਤੇ ਬਾਕੀ ਤੁਹਾਡੇ ਰੰਗਾ ਸਲਿਮ ਸਮਾਰਟ ਬੰਦਾ ਵੈਸੇ ਸੋਹਣਾ ਲੱਗਦਾ ਭਾਵੇਂ ਪੈਂਟ ਪਾ ਲਵੇ। ਹਾਂ। ਇਹ ਟਰੈਵਲਿੰਗ ਜੀ ਤੁਸੀਂ ਕਿਹੜੇ ਕਿਹੜੇ ਮੁਲਕਾਂ 'ਚ ਕੀਤੀ? ਮੈਂ ਜਨਾਬ ਨਾ ਜੀ ਕਤਰ, ਸਾਊਦੀ ਅਰਬ, ਕੁਵੈਤ, 2 ਵਾਰੀ ਸਾਊਦੀ ਅਰਬ, 2 ਵਾਰੀ ਦੁਬਈ, ਅੱਛਾ
थाईलैंड, मलेशिया, इंडोनेशिया। अच्छा माशाल्लाह बड़े घूमे। ये सारे सोशल मीडिया के थ्रू ही होए हैं। नहीं नहीं, सोशल मीडिया तो कोई पैसे अच्छा जी। आदे ही ला ते जांदा है जी, एवें बंदा आखी जाए सोशल मीडिया ते। हाँ लेकिन ये सोशल मीडिया दे के फायदा ਜਿਹੜੇ ਮੁਲਕ ਜਾਂਦੇ ਰਹਿੰਦੇ ਆ ਨਾ, ਸੱਜਣ ਮਿਲੀ ਟੱਕਰ ਜਾਂਦੇ ਆ ਜਿਹੜੇ ਜਾਣਦੇ ਹੁੰਦੇ ਆ ਪੰਜਾਬੀ ਦੇ ਬਾਰੇ। ਇਹ ਹੈ ਵੀ ਉਹ ਉੱਥੇ ਉਹਨਾਂ ਨੇ ਵਾਵਾ ਸੇਵਾ ਸੁਭਾ ਕਰ ਲੈਣੀ। ਕਤਰ ਗਏ ਤਾਂ ਉੱਥੇ ਬੇਲੀ ਸਨ, ਨਾਲੇ ਮੈਂ ਕਤਰ ਤੋਂ ਮੂਵਮੈਂਟ ਸਟਾਰਸ ਨਾਲ ਜਾਂਦਾ ਨਾ, ਨਾਸਰ ਢਿੱਲੋਂ ਸਾਹਿਬ ਨਾਲ, ਕਾਰਪੈਂਟਰ, ਉਹ ਮਾਸ਼ਾਅੱਲਾ ਉਹਨਾਂ ਦੇ ਸੁਪਰ ਸਟਾਰ ਹੈ। ਉਹ ਮੁੜ ਉਹਨਾਂ ਦੇ ਜਿਹੜੇ ਬੇਲੀ ਟੱਕਰ ਜਾਂਦੇ ਆ ਉਹ ਵਿੱਚ ਅਸੀਂ ਵੀ। ਤੁਹਾਨੂੰ ਵੀ ਇਹ ਜਿਹਾ ਕੋਈ ਫੈਨ ਮਿਲਾ ਹੈ ਜੀ ਜਿਹਨੇ ਤੁਹਾਨੂੰ ਕੋਈ ਇਹ ਜਿਹਾ ਕੰਮ ਕੀਤਾ ਹੋਵੇ? ਬੜੇ ਬੜੇ ਜੀ ਸਾਡੇ ਨਾਲ ਤਾਂ ਕਾਫੀ ਜੀ ਸਾਊਦੀ ਅਰਬ ਵਿੱਚ ਬੜੇ ਮਿਲੇ ਜੀ, ਬਲਕਿ ਜਿੱਥੇ ਵੀ ਗਿਆ ਨਾ ਜੀ ਉਹ ਪੋਸਟਾਂ ਪਾਣੇ ਆ ਜੀ, ਕੋਈ ਇਨਬਾਕਸ ਵਿੱਚ ਆਇਆ, ਬਲਕਿ ਬਾਹਰ भी आए हैं, छोटे छोटे शहरों में भी जाने हैं, साहिवाल चले जाइए जी, पूरे पाकिस्तान बल्कि बाहर मुल्तान चले जाइए, कितने भी जाते रहिए, वो ना चेक इन करिए भी अपनी दोस्त अहबाब ना जी वो करना शुरू कर देंगे रहे। और खुसूसन जो बाहर बैठे लोग वो तो बड़ा आदे उन्होंने कैनेडा अमरीका वाले इंग्लैंड वाले बेली बड़े सदे हैं कि आओ जी सानू मौका दिओ। बल्कि जी मैं तुहानू दस्सां भी मैं असीं बाली गए इंडोनेशिया। अच्छा जी। ਉੱਥੇ ਇੱਕ ਬੰਦਾ ਕੋ ਮੇਰੇ ਨਾਲ ਐਡ ਹੈਗਾ ਸੀ, ਉਹਨੇ ਮੈਨੂੰ ਜਨਾਬ ਨਾਲ ਮੈਸੇਜ ਕੀਤਾ, ਉਹਨੇ ਜਨਾਬ ਮੈਂ ਮਿਲਣਾ ਚਾਹੁੰਦਾ। ਅੱਛਾ ਜੀ। ਮੈਨੂੰ ਬੜੀ ਖੁਸ਼ੀ ਹੋਈ, ਮੈਂ ਕਿਹਾ ਯਾਰ ਬੰਦੇ ਇੰਨੀ ਦੂਰ ਦੂਰ ਤੱਕ। ਇਹ ਸਭ ਸੋਸ਼ਲ ਮੀਡੀਆ ਦਾ ਕਮਾਲ ਹੈ ਜੀ, ਗਲੋਬਲ ਵਿਲੇਜ ਬਣ ਗਈ ਦੁਨੀਆ ਜੀ, ਇੱਕ ਇੱਕ ਅੰਗੂਠੇ ਦੇ ਵਿੱਚ ਸਾਰੀ ਦੁਨੀਆ ਜੀ। ਨਾਲੇ ਜੀ ਵੇ ਲੋਕ ਤੁਹਾਨੂੰ ਬੜੀ ਮੁਹੱਬਤ ਕਰਦੇ ਨੇ। ਮੁਹੱਬਤ ਨਾ ਜੀ ਮੈਂ ਆਖਣਾ ਵੀ ਮੁਹੱਬਤ ਐਸੀ ਚੀਜ਼ ਹੈ, ਤੁਸੀਂ ਉਹ ਕਿਸੇ ਨੂੰ ਜੀ 10% ਕਰੋਗੇ ਨਾ, ਤੁਸੀਂ ਬਦਲੇ 'ਚ 20% ਜੀ ਦੁੱਗਣੀ ਹੋ ਤੇ ਮਿਲਦੀ ਹੈ। ਅਸੀਂ ਹਰ ਬੰਦੇ ਦੀ ਇੱਜ਼ਤ ਕਰਨੇ ਆ। ਇਹ ਕੀੜਾ ਅੱਜ ਤੱਕ ਸਟਾਰ ਸਟੂਰ ਵਾਲਾ ਆਇਆ ਹੀ ਕੋਈ ਨਹੀਂ, ਤੇ ਨਾ ਹੈ ਜੀ। ਅੱਛਾ ਜੀ। ਬਿਲਕੁਲ ਹਾਲੇ ਹੈ ਕਿ ਨਹੀਂ, ਤੇ ਨਾ ਅਸੀਂ ਕੋਈ ਸਟਾਰਾਂ ਵਾਲੀ ਸਾਡੇ 'ਚ ਗੱਲ ਹੈ। ਆਮ ਇੱਕ ਜੱਟ ਲੋਕ ਬੰਦੇ ਆ ਜਿਹੜਾ ਪਿਆਰ ਮੁਹੱਬਤ ਨਾਲ ਇੱਕ ਵਾਰੀ ਬੁਲਾਉਂਦਾ, ਉਹਨੂੰ ਦੋ ਵਾਰੀ ਜੀ ਜੀ ਕਰਦਾ, ਤੇ ਜਿਹੜਾ ਕੋਈ ਦੁੱਖ ਸੁੱਖ ਬਣਾਉਂਦਾ ਜਿੱਦਾਂ ਵੱਡਾ ਵੀ ਹੋਵੇ ਮੁੰਡੇ ਨਾਲ ਆਪਾਂ ਵੀ ਜੀ ਜੀ। ਅੱਜ ਕੱਲ੍ਹ ਜੀ ਕਿਹੜੀ ਮਸਰੂਫੀਅਤ ਜਾ ਰਹੀ ਹੈ? ਅੱਜ ਕੱਲ੍ਹ ਜੀ ਛੁੱਟੀਆਂ, ਹਾਂਜੀ ਅੱਜ ਕੱਲ੍ਹ ਜੀ ਈਟ ਜੀ ਸਲੀਪ ਤੇ ਰਿਪੀਟ, ਬਸ ਇਹ ਤਿੰਨ ਕੰਮ ਹੀ ਚੱਲੇ ਗਏ। ਬਾਕੀ ਹੈਗਾ ਵੀ ਹੁਣ ਬਾਹਰ ਜਾਊਂਗਾ ਜੀ, ਬਾਹਰ ਦੇ ਮੁਲਕ ਦਾ ਹੈ ਜੀ। ਅੱਛਾ ਜੀ। ਉਹ ਮਹੀਨਾ ਲੱਗ ਗਿਆ ਸੀ ਜੀ। ਇਹ ਛੁੱਟੀਆਂ ਜੀ ਜਾਣ ਦਾ ਪਰ ਛੁੱਟੀਆਂ 'ਚ। ਸੌਰੀ ਜੀ। ਨੌਜਵਾਨ ਨੌਜਵਾਨ ਹਾਲਾਤ ਦੇਖ ਲਓ ਮੈਨੂੰ ਕੀ ਪਤਾ। ਇਹਨਾਂ ਤੇ ਕੀ ਬਗਾਮ ਦੇ ਨੌਜਵਾਨਾਂ ਕਰੀਏ ਚੱਲਦਾ ਪਿਆ ਜੀ। ਚਲਦਾ ਹੀ ਨੌਜਵਾਨਾਂ ਵਾਸਤੇ ਸਰ ਇਹ ਪੈगाम है कि पॉजिटिव सोचो, मस्बत सोचो जी। मैं दोनों ना जी ਉਹ ਮੇਰੇ ਆਪਣੇ ਪੋਡਕਾਸਟ ਵਿੱਚ ਉਹ ਮੁੰਡਾ ਬੈਠਾ ਨਹੀਂ ਗਈ ਆ ਸਕਦਾ ਜੀ, ਫਰਿਆਦ ਆ ਜੀ। ਉਹ ਮੇਰੇ ਕੋਲ ਇੱਥੇ ਆਇਆ, ਉਦੋਂ ਹੁੰਦਾ ਨਾ ਹੁਣ ਮਾਸ਼ਾਅੱਲਾ 30-35,000 ਫੇਸਬੁੱਕ। ਅੱਛਾ। ਉਹ ਤਾਂ ਕੱਖ ਵੀ ਨਹੀਂ ਸੀ। ਉਹ ਜਦੋਂ ਆਇਆ ਨਾ ਤੇ ਜਿਵੇਂ ਰੋਂਦਾ ਨਹੀਂ ਬੰਦਾ, ਜੀ ਮੇਰੇ ਦੀ ਵੀਡੀਓ ਨਹੀਂ ਚੱਲਦੀ, ਮੈਂ ਉਹਨੂੰ ਇਹ ਗੱਲ ਕੀਤੀ, ਮੈਂ ਪੁੱਤਰ ਪੋਜ਼ਿਟਿਵ ਔਰ ਆਪਣੇ ਕੰਮ ਨਾਲ ਲੱਗਾ ਰਹਿ। ਜੀ। ਨੌਜਵਾਨ ਨਸਲ ਜਿਹੜੀ ਹੈ ਨਾ ਉਹ ਲੱਭਦੀ ਸ਼ਾਰਟਕਟ। ਜੀ ਸ਼ਾਰਟਕਟ ਜ਼ਿੰਦਗੀ 'ਚ ਕਿਸੇ ਵੀ ਚੀਜ਼ ਦਾ ਨਹੀਂ। ਨੌਜਵਾਨ ਨਸਲ ਨੂੰ ਇਹ ਆਖਾਂਗਾ ਵੀ ਜਿਹੜੇ ਕੰਟੈਂਟ ਮੇਕਰ ਨੇ ਮਿਹਨਤ ਕਰਦੇ ਰਹਿਣ, ਡੇਲੀ ਬੇਸਿਸ ਤੇ ਆਪਣੇ ਬਣਾਵਣ, ਅੱਛਾ ਕੰਟੈਂਟ ਬਣਾਵਣ ਜਿੰਦਾ ਲੋਕਾਂ ਨੂੰ ਅੱਛੇ ਤੋਂ ਮੁਰਾਦ ਹੈ ਵੀ ਤੁਸੀਂ ਬਜਾਏ ਇਸ ਦੇ ਵਲਗੈਰਿਟੀ ਵਿਖਾਓ, ਤੁਸੀਂ ਹਾਸੇ ਮਖੌਲ ਵਾਲਾ ਲੋਕਾਂ ਨੂੰ ਟੈਨਸ਼ਨ ਤੋਂ ਰਿਲੀਜ਼ ਕਰਨ ਵਾਲੀਆਂ ਚੀਜ਼ਾਂ ਜਾਂ ਸਬਕ ਅਮੂਜ਼ ਚੀਜ਼ਾਂ, ਅੱਛੀਆਂ ਗੱਲਾਂ, ਜਿਵੇਂ ਤੁਹਾਡਾ ਮਾਸ਼ਾਅੱਲਾ ਨਾਲ ਮੈਂ ਐਪਰੀਸ਼ੀਏਟ ਕਰਾਂਗਾ ਤੁਹਾਨੂੰ ਕਿ ਤੁਸੀਂ ਜਿਹੜਾ ਨਾ ਆਪਣੇ ਇਲਾਕੇ ਦੇ ਹਵਾਲੇ ਨਾਲ ਬੜਾ ਅੱਛਾ ਕੰਮ ਕਰਦੇ ਪਏ ਤੇ ਲੋਕਾਂ ਨੂੰ ਮੁਤਾਰਫ ਕਰਵਾ ਰਹੇ ਹੋ। ਤੁਸੀਂ ਉਹਨਾਂ ਦੇ ਸਵਾਲ ਜਵਾਬ, ਕੋਈ ਸਿਆਸੀ ਹੈ ਕੋਈ ਗੈਰ ਸਿਆਸੀ, ਜਿਸ ਹਵਾਲੇ ਨਾਲ ਜਿਸ ਤਬਕੇ ਨਾਲ ਵੀ ਹੈ, ਤੁਸੀਂ ਉਹ ਲੋਕਾਂ ਦੇ ਸਾਹਮਣੇ ਉਹਨਾਂ ਜਨਾਬ ਨਾਲ ਉਹਨਾਂ ਨੂੰ ਪੇਸ਼ ਕਰਦੇ ਹੋ, ਉਹਨਾਂ ਕੋਲ ਸਵਾਲ ਕਰਦੇ ਹੋ, ਕਈ ਚੁੱਕਦੇ ਸਵਾਲ ਵੀ ਕਰਦੇ ਹੋ, ਤੁਹਾਡੇ ਵੇਖਦਾ ਰਹਿਣਾ ਇਹ ਅੱਛੀ ਗੱਲ ਹੈ ਕਿ ਆਪਣੇ ਇੱਕ ਪੋਜ਼ਿਟਿਵਿਟੀ ਨਾਲ ਚੱਲਦੇ ਰਹੋ। ਇੱਕ ਪਾਸੇ ਨੂੰ ਇੱਕ ਰਾਹ ਤੱਕ ਲਓ ਕਿ ਮੈਂ ਤੂੰ ਮਿਸਾਲ ਦੇ ਤੌਰ ਤੇ ਗੰਜ ਲੋਟ ਜਾਣਾ ਹੈ ਨਾ ਜੀ, ਮੈਂ ਰਾਹ ਤੱਕ ਲਵਾਂਦਾ ਵੀ ਮੈਂ ਇੱਥੋਂ ਜਾਣਾ ਕਿ ਮੇਰਾ ਕੋਈ ਰਾਹ ਹੀ ਨਾ ਉਸੀਗਾ, ਮੈਂ ਕਦੇ ਇਹੀ ਜਾਵਾਂ ਉੱਥੋਂ ਮੁੜ ਹੀ ਹਟ ਪਾਵਾਂ, ਤੂੰ ਹੀ ਹਟ ਪਾਵਾਂ, ਮੈਂ ਰੁਲ ਜਾ ਸਕਦਾ। ਆਪਣੀ ਇੱਕ ਮੰਜ਼ਿਲ ਦਾ ਤਯਨ ਕਰੋ, ਫੋਕਸ ਰੱਖੋ ਉਸ ਤੇ, ਉਹਨਾਂ ਦੇ ਕੈਮਰਾ ਫੋਕਸ ਕਰੋ, ਫੋਕਸ ਕਰ ਲਓ ਔਰ ਮਿਹਨਤ ਕਰੋ।
ਮਿਹਨਤ ਕਰੋ ਤੇ ਮਿਹਨਤ ਦਾ ਫਲ ਅੱਲਾਹ ਤਾਲਾ ਨਹੀਂ ਰੱਖਦਾ। ਜਿਹੜਾ ਬੰਦਾ ਮਿਹਨਤ ਕਰਦਾ ਅੱਲਾਹ ਤਾਲਾ ਉਹਦੀ ਝੋਲੀ 'ਚ ਮਿਹਨਤ ਦਾ ਫਲ ਲਾ ਦਿੰਦਾ ਜੀ ਬਸ। ਅੱਛਾ ਸਰ ਜੀ, ਮੇਰੇ ਨਾਲ ਮੇਰੇ ਦੋਸਤ ਆਏ ਨੇ, ਉਹ ਤੁਹਾਡੇ ਕੋਲ ਕੋਈ ਪੁੱਛਣਾ ਜੀ ਚਾਹੀਦੇ। ਬਿਸਮਿल्लाह बिस्मिल्लाह पूछो जी जो पूछना। ਮੇਰੇ ਕਾਸ਼ਫ ਭਾਈ ਵੀ ਆਏ ਨੇ। ਕਾਸ਼ਫ ਭਾਈ ਦੱਸੋ। अस्सलाम वालेकुम जय साहब, की हाल चाल है? ठीक हो? अल्लाह का शुक्र जी बिल्कुल। प्रोफेसर साहब, मेरा एक छोटा जिहा सवाल है ਤੁਹਾਨੂੰ ਕਿ ਅਕਸਰ ਜਿਹੜੇ ਲੋਕ ਹੁੰਦੇ ਨੇ ਨਾ, ਮੈਂ ਖੁਦ ਇੱਕ ਟੀਚਰ ਹੈਗਾ ਤੇ ਮੈਂ ਐਜੂਕੇਸ਼ਨ ਕੀਤੀ ਹੋਈ ਮਾਸਟਰ, ਤੇ ਮੈਂ ਵੀ ਪ੍ਰੋਫੈਸਰਾਂ ਕੋਲ ਲੈਕਚਰ ਲੈ ਗਏ ਨੇ ਕਾਫੀ, ਤੇ ਜ਼ਾਹਰੀ ਗੱਲ ਹੈ ਮੈਂ ਮਾਸਟਰ ਕੀਤੀ ਤੇ ਕਾਫੀ ਮੈਂ ਲੈਕਚਰ ਲੈ ਕੇ ਅੱਗੇ ਆਇਆ, ਤੇ ਮੈਂ ਜਿਹੜੇ ਦੇਖੇ ਹੈਗੇ ਨੇ ਜਿਹੜੇ ਪ੍ਰੋਫੈਸਰ ਹੁੰਦੇ ਨੇ ਬੜਾ ਉਹਨਾਂ ਦਾ ਇੱਕ ਐਟੀਟਿਊਡ ਤੇ ਔਰਾ ਸ਼ੌਰਾ ਹੁੰਦਾ ਹੈਗਾ। ਤੇ ਜਦੋਂ ਮੈਂ ਤੁਹਾਡਾ ਇੱਕ ਸੋਸ਼ਲ ਮੀਡੀਆ 'ਤੇ ਨਾਮ ਵੇਖਿਆ ਸੀ ਤੇ ਲੋਕਾਂ ਕੋਲੋਂ ਸੁਣਿਆ ਸੀ ਕਿ ਪ੍ਰੋਫੈਸਰ ਸ਼ਹਜ਼ਾਦ ਜੋਈ ਹੈ, ਤੇ ਮੈਂ ਫਿਰ ਤੁਹਾਨੂੰ ਸਰਚ ਕੀਤਾ, ਵੇਖਿਆ ਤੇ ਤੁਹਾਨੂੰ ਵੇਖ ਕੇ ਨਾ ਮੇਰਾ ਹਾਸਾ ਨਿਕਲ ਗਿਆ ਸੀ। ਮੈਂ ਕਿਹਾ ਅਗਰ ਇਹ ਪ੍ਰੋਫੈਸਰ ਇਹਨਾਂ ਦਾ ਹਰ ਬੰਦਾ ਪ੍ਰੋਫੈਸਰ ਹੁੰਦਾ। ਜੀ ਇਹਦੇ ਬਾਰੇ ਇੱਕ ਮਿੰਟ ਸਰ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਪ੍ਰੋਫੈਸਰ ਨੂੰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ, ਜਾਂ ਇੱਕ ਜਿਹੜੇ ਐਟੀਟਿਊਡ ਔਰਾ ਰੱਖਦੇ ਨੇ ਕਿ ਸਾਡੀ ਸਟੱਡੀ ਹੈ, ਸਾਡਾ ਇੱਕ ਲੈਵਲ ਹੈ, ਉਹ ਹੋਣਾ ਚਾਹੀਦਾ ਹੈ, ਲੇਕਿਨ ਅਸੀਂ ਤੁਹਾਡੇ ਤੋਂ ਬਹੁਤ ਮੁਤਾਸਰ ਹੈਗੇ। ਕਾਸ਼ਿਫ ਭਾਈ ਨਾ ਜਿਹੜੀ ਗੱਲ ਹੈ ਨਾ ਐਟੀਟਿਊਡ ਵਾਲੀ, ਜਾਂ ਮੈਂ ਨਾ ਵੀ ਬੰਦਾ ਐਟੀਟਿਊਡ ਬੰਦਾ ਕਿਸ ਚੀਜ਼ ਦਾ ਕਰੇ, ਬੰਦਾ ਤੇ ਹੈ ਹੀ ਕੁਝ ਨਹੀਂ, ਫੂਕ ਹੈ ਕਿ ਨਿਕਲ ਗਈ। ਐਟੀਟਿਊਡ ਜਾਂ ਤਕੱਬਰ ਜਾਂ ਇਹ ਸਭ ਮੇਰੇ ਰੱਬ ਦੀ ਜ਼ਾਤ ਨੂੰ ਹੀ ਹੈ, ਬਾਕੀ ਇਨਸਾਨ ਕੁਝ ਵੀ ਨਹੀਂ ਹੈ। ਦੂਜਾ ਇਹ ਗੱਲ ਹੈ ਵੀ ਹਾਂ ਇੱਕ ਚੀਜ਼ ਮੈਂ ਸਮਝਣਾ ਵੀ ਇਹ ਮੈਂ ਚੀਜ਼ ਤੋੜੀ ਹੈ। ਇਹ ਇੱਕ ਜਮੂਦ ਸੀ, ਔਰ ਇਹ ਜਿਹੜਾ ਇੱਕ ਨਾ ਇਹ ਇੱਕ ਕਨਸੈਪਟ ਬਣਾਇਆ ਸੀ ਵੀ ਇੱਕ ਜਿਹੜਾ ਪ੍ਰੋਫੈਸਰ ਹੈ ਨਾ ਜੀ ਉਹਨੂੰ ਬੜਾ ਸਖਤ ਮਿਜ਼ਾਜ ਔਰ ਇਵੇਂ ਦਾ ਹੋਣਾ ਚਾਹੀਦਾ ਹੈ ਵੀ ਉਹ ਕਿਸੇ ਨਾਲ ਸਲਾਮ ਦੁਆ ਵੀ ਨਾ ਪੂਰਾ ਸੂਰਾ ਜਾਂ ਲਵੇ ਤੇ ਉਹ ਇੱਕ ਆਦੀ ਠੁੱਕ ਜੀ 'ਚ ਰਵੇ। ਜੀ ਜਦ ਕਿ ਮੇਰਾ ਸਟੂਡੈਂਟਾਂ ਨਾਲ ਇਹ ਸੀ ਵੀ ਮੈਂ ਸਟੂਡੈਂਟਾਂ ਨਾਲ ਐਵੇਂ ਘੁਲ ਮਿਲ ਜਾਂਦਾ ਸੀ ਵੀ ਬਾਅਦ ਔਕਾਤ ਤੇ ਐਵੇਂ ਹੁੰਦਾ ਵੀ ਸਟੂਡੈਂਟ ਜਿਹੜਾ ਨਾ ਉਹਨਾਂ ਨੇ ਅਸੀਂ ਬਾਹਰ ਬਹਿ ਤੇ ਬਣਾ ਦਿਆ ਉਹ ਗਰਾਊਂਡ ਦੇ ਵਿੱਚ ਬਾਬਲ ਨਗਰ ਕਾਲਜ, ਤੇ ਉਹ ਕੁਰਸੀ ਨਾ ਜੀ ਬਾਅਦ ਔਕਾਤ ਨਾ ਸਟੂਡੈਂਟ ਕੋਈ ਨਾ ਜੀ ਉਹ ਨਾ ਪਈ ਹੁੰਦੀ ਤਾਂ ਮੈਂ ਥੱਲੇ ਬਹਿ ਜਾਂਦਾ ਉਹਨਾਂ ਨਾਲ, ਤੇ ਪਤਾ ਹੀ ਨਹੀਂ ਲੱਗਦਾ ਵੀ ਇਹਨਾਂ 'ਚ ਵੀ ਸਟੂਡੈਂਟ ਕਿਹੜਾ ਤੇ ਉਸਤਾਦ ਕਿਹੜਾ ਹੈ, ਉਹਨਾਂ ਦੇ ਨਾਲ ਘੁਲ ਮਿਲ ਜਾਣਾ। ਮੈਂ ਆਖਣਾ ਵੀ ਜਿਹੜੀ ਹੁਣ ਦੀ ਜਨਰੇਸ਼ਨ ਹੈ ਨਾ, ਜਿਹੜੀ ਸਾਡੀ ਜਨਰੇਸ਼ਨ ਹੈ, ਇਹ ਅਸੀਂ ਹੋਰ ਹਿਸਾਬ ਨਾਲ ਸੋਚਦੇ ਆ, ਹੋਰ ਹਿਸਾਬ ਨਾਲ ਸਾਡੀ ਸੋਚ। ਹੁਣ ਵਾਲੀ ਜਨਰੇਸ਼ਨ ਦਾ ਸੋਚਣ ਸਮਝਣ ਦਾ ਹਿਸਾਬ ਹੋ ਰਿਹਾ। ਉਹਨਾਂ ਨਾਲ ਤੁਸੀਂ ਪਿਆਰ ਮੁਹੱਬਤ ਨਾਲ ਉਹਨਾਂ ਦੇ ਕਰੀਬ ਹੋ ਤੇ ਉਹਨਾਂ ਦੇ ਦਿਲ ਦੀ ਗੱਲ ਬੁੱਝ ਤੇ ਉਹਨਾਂ ਨੂੰ ਤੁਸੀਂ ਕੁਝ ਸਮਝਾ ਸਕਦੇ ਹੋ, ਉਹਨਾਂ ਦੇ ਲੈਵਲ ਤੇ ਜਾ ਕੇ ਉਹਨਾਂ ਨਾਲ ਗੱਲ ਕਰੋ। ਜੇ ਤੁਸੀਂ ਉਹਨਾਂ ਨਾਲ ਸਖਤੀ ਕਰੋਗੇ ਤੇ ਮਾਜ਼ਰਤ ਨਾਲ ਇਹ ਨਸਲ ਸਖਤੀ ਵਾਲੀ ਹੈ ਹੀ ਨਹੀਂ। ਇਹ ਇਸ ਨਸਲ ਨੂੰ ਨਾ ਤੁਸੀਂ ਮਾਰ ਕੁੱਟ ਸਕਦੇ ਹੋ, ਜੇ ਮਾਰੋਗੇ ਤਾਂ ਬਾਗੀ ਹੋ ਜਾਣਗੇ। ਪਿਆਰ ਮੁਹੱਬਤ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਮਿਲ ਜੁਲ ਕੇ ਘੁਲ ਮਿਲ ਕੇ ਉਹਨਾਂ ਅਸਲ ਮਕਸਦ ਤਾਂ ਤੁਹਾਡਾ ਇਹ ਹੈ ਨਾ ਕਿ ਤੁਸੀਂ ਆਪਣਾ ਮੈਸੇਜ ਉਹਨਾਂ ਤੱਕ ਪੜਾਓ। ਉਹ ਤੁਸੀਂ ਪਿਆਰ ਮੁਹੱਬਤ ਨਾਲ ਭਾਵੇਂ ਹਾਸੇ ਖੇਡੇ ਨਾਲ ਪੜਾ ਲਓ ਤੇ ਭਾਵੇਂ ਟੰਬੇ ਮਾਰ ਤੇ ਪੜਾ ਲਓ, ਤੇ ਬਿਹਤਰ ਨਹੀਂ ਹੈ ਵੀ ਉਹਨਾਂ ਦੇ ਜ਼ਿਹਨੀ ਲੈਵਲ ਤੇ ਜਾ ਕੇ ਉਹਨਾਂ ਨਾਲ ਪਿਆਰ ਮੁਹੱਬਤ ਨਾਲ ਗੱਲ ਕਰ ਦੇਣਾ। ਸੋ ਮੈਂ ਇਹ ਆਪਣੇ ਕਾਲਜ ਦੇ, ਮੈਂ ਬਾਬਲ ਨਗਰ ਕਾਲਜ ਸੀ ਨਾ ਜੀ, ਮੈਂ ਕਾਲਜ ਦੇ ਜਾਂਦਾ ਨਾ ਤੇ ਛੋਰ ਉਦੋਂ ਸੈਲਫੀਆਂ ਦਾ ਨਵਾਂ ਰਿਵਾਜ ਆਇਆ। ਉਹ ਬੱਚਾ ਜੀ ਇਧਰੋਂ ਆਇਆ जोया साहब एक दौरान सेल्फी लेनी, मैं हंसते ना जी, तो बाकी प्रोफेसर आ जाए यार फासला रखा करें इनके साथ, ये ना देखें आप इतना करीब करें फिर ये इज्जत नहीं करते फलान। मैं कहा यार मैं फासला फूसला नहीं रखना, मैं इन्हों अपने औलाद तरह अपने निक्के भरावां तरह ट्रीट करना है और प्यार मुहब्बत नाल करना, और इंशाल्लाह काम करनगे और ਉਹਦਾ मैं रिजल्ट भी लिया है जी अलहमदुलिल्लाह। ਤੇ ਇੱਕ ਹੋਰ ਮੈਂ ਛੋਟਾ ਜਿਹਾ ਸਵਾਲ ਕਰਨਾ ਚਾਹਾਂਗਾ ਪ੍ਰੋਫੈਸਰ ਸਾਹਿਬ ਕਿ ਚੜ੍ਹਦੇ ਪੰਜਾਬ ਵਿੱਚ ਮੈਂ ਵੇਖਿਆ ਉੱਥੋਂ ਦੇ ਮਾਸਟਰ ਆਲਾ ਤਾਲੀਮ ਯਾਫਤਾ ਲੋਕ ਜਿਹੜੇ ਹੈਗੇ ਨੇ ਨਾ, ਉਹ ਪੰਜਾਬ ਜਿਹੜੇ ਰਹਿੰਦੇ ਨੇ ਚੜ੍ਹਦੇ ਪੰਜਾਬ 'ਚ, ਉਹ ਪੰਜਾਬੀ ਬੋਲਦੇ ਨੇ, ਤੇ ਆਪਣੇ ਜਿਹੜੇ ਹੈਗੇ ਨੇ ਇੱਥੇ ਪੰਜਾਬ ਵਿੱਚ ਕੋਈ 10 12 ਜਾਂ 14 ਜਾਂ ਯੂਨੀਵਰਸਿਟੀ ਲੈਵਲ ਤੇ ਚਲਾ ਜਾਂਦਾ ਨਾ, ਚਾਹੇ ਉਹ ਪਿੰਡ ਵਿੱਚ ਹੀ ਰਹਿੰਦਾ, ਉਹ ਉਰਦੂ ਬੋਲਣਾ ਸ਼ੁਰੂ ਕਰ ਦਿੰਦਾ। ਤੇ ਮੈਂ ਖੁਦ ਤੁਹਾਡੇ ਤੋਂ ਮੁਤਾਸਰ ਹੋ ਕੇ ਮੈਂ ਮਾਸਟਰ ਕੀਤੀ, ਮੈਂ ਖੁਦ ਤੁਹਾਡੇ ਤੋਂ ਮੁਤਾਸਰ ਹੋ ਕੇ ਪੰਜਾਬੀ ਬੋਲਣ ਲੱਗਿਆ। ਮੈਂ ਖੁਦ ਉਰਦੂ ਬੋਲਦਾ ਸੀ। ਇਹਦੇ ਬਾਰੇ ਤੁਸੀਂ ਯੂਥ ਨੂੰ ਕੀ ਪੈਗਾਮ ਦੇਣਾ ਚਾਹੋਗੇ? ਮੈਂ ਆਦੀ ਜ਼ਿੰਦਗੀ ਦੀ ਨਾ ਜੀ ਅੱਗੇ ਇਹਨਾਂ ਨੂੰ ਮੈਂ ਦੱਸਦਾ ਵੀ ਪਿਆ ਜੀ, ਜਾਂ ਪਤਾ ਨਹੀਂ ਅਸੀਂ ਆਫ ਰਿਕਾਰਡ ਬੈਠੇ ਅੰਦਰ ਗੱਲ ਕਰਦੇ ਪਏ ਵੀ ਮੈਂ ਆਦੀ ਜ਼ਿੰਦਗੀ ਦੀ ਕਾਸ਼ਿਫ ਭਾਈ ਜਿਹੜੀ ਸਭ ਨੂੰ ਵੱਡੀ ਕਾਮਯਾਬੀ ਸਮਝਣਾ ਜੀ, ਵੀ ਮੈਂ ਲੋਕਾਂ ਨੂੰ ਪੰਜਾਬੀ ਬੋਲਣ ਤੇ ਲਾਜ ਤੌਰ ਨਾਲ ਫਖਰ ਨਾਲ ਪੰਜਾਬੀ ਬੋਲਦੇ ਜੀ। ਮੇਰੇ ਤੋਂ ਪਹਿਲੇ ਟ੍ਰੈਂਡ ਕੋਈ ਨਹੀਂ ਸੀ, ਨਾ ਪੰਜਾਬੀ ਲਿਖਣ ਦਾ ਸੀ ਨਾ ਪੰਜਾਬੀ ਬੋਲਣ ਦਾ ਸੀ। ਵਜ੍ਹਾ ਕੀ ਵੀ ਪੰਜਾਬੀ ਬੋਲਣਾ ਲੋਕ ਇਹ ਸਮਝਦੇ ਆ ਵੀ ਜਿਹੜਾ ਪੰਜਾਬੀ ਬੋਲੇਗਾ ਨਾ ਉਹ ਪੜ੍ਹਾ ਲਿਖਾ ਬੰਦਾ ਨਹੀਂ ਹੈ, ਉਹ ਅਨਪੜ੍ਹ ਕੰਪਲੈਕਸ ਸੀ ਜੀ। ਅਹਿਸਾਸੇ ਕਮਤਰੀ ਸੀ ਬੰਦਿਆਂ ਦੇ ਵਿੱਚ ਵੀ ਅਸੀਂ ਯਾਰ ਨਾ, ਮਿਸਾਲ ਦੇ ਤੌਰ ਤੇ ਅਸੀਂ ਡਾਕਟਰ ਕਿਸੇ ਕੋਲ ਗਏ ਆ ਤੇ ਅਸੀਂ ਉਹਦੇ ਨਾਲ ਉਰਦੂ 'ਚ ਗੱਲ ਕਰਾਂਗੇ ਤਾਂ ਸਾਨੂੰ ਪੜ੍ਹਾ ਲਿਖਾ ਸਮਝੇਗਾ। ਕਿਸੇ ਵਕੀਲ ਕੋਲ ਗਏ ਆ, ਮੈਂ ਐਵੇਂ ਕੀਤਾ ਵੀ ਜਿੱਥੇ ਵੀ ਗਿਆ ਹਾਂ, ਹੱਤਾ ਕਿ ਕਈ ਉਰਦੂ ਮੀਡੀਅਮ ਚੈਨਲਸ ਨਾਲ ਵੀ ਮੇਰਾ ਹੋਇਆ ਤੇ ਮੈਂ ਉਹਨਾਂ ਨਾਲ ਪੰਜਾਬੀ 'ਚ ਗੱਲ ਕੀਤੀ।
ਕੋਈ ਇਸ ਤਰ੍ਹਾਂ ਨਾ ਲੋਕਾਂ ਨੇ ਵੇਖੋ ਵਿਖਾਈ, ਲੋਕਾਂ ਨੇ ਵੇਖਾ ਯਾਰ ਜਦੋਂ ਕੋਈ ਬੰਦਾ ਸੰਗਦਾ ਨਹੀਂ ਪਿਆ ਇਹ ਆਦੀ ਗੱਲ ਕੀਤੀ ਜਾਂਦਾ ਹੈ ਔਰ ਪਜ਼ੀਰਾਈ ਮਿਲਦੀ ਵੀ ਤੁਸੀਂ ਚੜ੍ਹਦੇ ਪੰਜਾਬ ਦੀ ਗੱਲ ਕੀਤੀ। ਮੈਂ ਨਾ ਵੀ ਪੰਜਾਬੀ ਦੀ ਪਾਕਿਸਤਾਨ ਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਚੜ੍ਹਦੇ ਪੰਜਾਬ ਦਾ ਬੜਾ ਹੱਥ ਹੈ। ਜਦੋਂ ਅਸੀਂ ਦਿਲਜੀਤ ਦੋਸਾਂਝ ਨੂੰ ਵੇਖਦੇ ਹਾਂ ਵੀ ਦੁਨੀਆ ਦੇ ਹਰ ਪਲੇਟਫਾਰਮ ਤੇ ਉਹ ਜਾਂਦਾ ਪਿਆ ਤੇ ਪੰਜਾਬੀ 'ਚ ਗੱਲ ਕਰਦਾ ਪਿਆ, ਤੇ ਸਾਡੇ ਵੀ ਇਹ ਦਿਮਾਗ ਦੇ ਵਿੱਚ ਬੱਚਿਆਂ ਦੇ ਵਿੱਚ ਗੱਲ ਆਉਂਦੀ, ਬੱਚਿਆਂ ਦੇ ਜ਼ਿਹਨ ਵਿੱਚ ਯਾਰ ਉਹ ਇੰਨਾ ਫੇਮਸ ਔਰ ਅੱਲਾ ਨੇ ਉਹਨੂੰ ਇੰਨੀ ਇੱਜ਼ਤ ਦੇ ਦਿੱਤੀ, ਪੰਜਾਬੀ ਦੇ ਸਿਰ ਤੇ ਉਹ ਕਹਿੰਦਾ ਸੀ ਪੰਜਾਬੀ ਬੋਲਦੇ ਕਿਉਂ ਨਹੀਂ ਹੋ ਸਕਦੇ। ਸੋ ਇਹਦੇ ਵਿੱਚ ਮੈਂ ਸਮਝਣਾ ਵੀ ਉਸ ਮੀਡੀਆ ਦਾ ਵੀ ਕਿਰਦਾਰ ਹੈ। ਬਾਕੀ ਇਹ ਵੀ ਕੰਪਲੈਕਸ ਨਹੀਂ ਹੋਣਾ ਚਾਹੀਦਾ, ਜ਼ਬਾਨਾਂ ਸਾਰੀਆਂ ਹੀ ਮਤਲਬ ਹੈ ਨਾ ਸ਼ੈ ਉਹ ਹੀ ਰਹਿਣੀ ਹੈ। ਤੁਸੀਂ ਉਹਨੂੰ ਵਾਟਰ ਸੱਦ ਲਓ ਤੇ ਤਾਂ ਵੀ ਉਹ ਪਾਣੀ ਰਹਿਸੀਗਾ, ਉਹਨੂੰ ਤੁਸੀਂ ਪਾਣੀ ਸੱਦ ਲਓ, ਤੁਸੀਂ ਉਹਨੂੰ ਆਬ ਸੱਦ ਲਓ, ਉਹ ਸ਼ੈ ਤਾਂ ਉਹ ਹੀ ਰਹਿਣੀ ਹੈ। ਉਹ ਸ਼ੈ ਦੀ ਮਾਹੀਅਤ ਜਾਂ ਸ਼ੈ ਦੀ ਸ਼ਕਲ ਚੇਂਜ ਨਹੀਂ ਹੋਣੀ। ਲਿਹਾਜ਼ਾ ਤੁਹਾਡੀ ਜਿਹੜੀ ਜਿਸ ਬੋਲੀ ਤੁਸੀਂ ਸੌਖੇ ਰਹੋ, ਜਿਸ ਬੋਲੀ ਦੇ ਲੋਕ ਤੁਹਾਡੇ ਮੁਖਾਤਬ ਨੇ, ਆਪਾਂ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀ ਬੈਠੇ, ਪੰਜਾਬੀ ਜਦੋਂ ਸਮਝਦੇ ਜੋ ਆਏ ਆਪਾਂ ਨੂੰ ਕੀ ਲੋੜ ਹੈ। ਜਾਂ ਤਾਂ ਇੱਕ ਬੰਦਾ ਬਾਹਰੋਂ ਆਵੇ ਨਾ ਜਿਹੜਾ ਸਪੈਨਿਸ਼ ਬੋਲਦਾ ਹੋਵੇ ਤੇ ਜਿਹਨੂੰ ਪਤਾ ਨਾ ਹੋਵੇ ਵੀ ਹੰਜ਼ਲਾ ਨੂੰ ਤਾਂ ਸਪੈਨਿਸ਼ ਦੀ ਸਮਝ ਨਹੀਂ ਆਉਣੀ, ਉਹ ਫਿਰ ਕੋਈ ਐਸੀ ਜ਼ੁਬਾਨ ਤਲਾਸ਼ ਕਰੇ ਜਾਂ ਕੋਈ ਐਸਾ ਬੰਦਾ ਤਲਾਸ਼ ਕਰੇ ਜਿਹੜਾ ਦੋਵਾਂ ਜ਼ੁਬਾਨਾਂ ਨੂੰ ਸਮਝਦਾ ਹੋਵੇ ਤਾਂ ਗੱਲ ਕਰੇ। ਲਿਹਾਜ਼ਾ ਆਦੀ ਬੋਲੀ ਦੇ ਵਿੱਚ ਬੋਲੋ, ਮਾਂ ਬੋਲੀ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੋਲ ਜਾਓਗੇ। ਆਦੀ ਮਾਂ ਬੋਲੀ ਇੱਕ ਹੋਰ ਮੇਰਾ ਦੋਸਤ ਹੈਗਾ ਜ਼ਾਕਿਰ ਮੁਸਤਫਾ ਜੀ, ਉਹਦੇ ਕੋਲ ਪੁੱਛਣੇ, ਉਹਨੇ ਵੀ ਸਵਾਲ ਕਰਨਾ। ਜ਼ਾਕਿਰ ਭਾਈ अस्सलाम वालेकुम सर, मेरा नाम मोहम्मद ਜ਼ਾਕਿਰ ਜੋਈਆ ਸਰ। ਤੇ ਸਰ ਜੋਈਆਂ ਨੂੰ ਮੁਹੱਬਤਾਂ ਬੜੀਆਂ ਹੁੰਦੀਆਂ ਨੇ, ਤੇ ਤੁਸੀਂ ਵੀ ਜੋਈਆ ਹੋ, ਤੇ ਤੁਹਾਨੂੰ ਮੁਹੱਬਤ ਜਾਂ ਮੁਹੱਬਤਾਂ ਕਦੇ ਹੋਇਆ ਕੁਝ? ਤੁਸੀਂ ਮੈਨੂੰ ਜੀ ਮੇਰੇ ਘਰ ਮੈਨੂੰ ਕੁੱਕਰ ਮੇਰਾ ਬੰਦ ਕਰਵਾਓਗੇ ਵੀ ਮੁਹੱਬਤ ਤਾਂ ਹੁੰਦੀ ਹੈ ਜੀ, ਲੇਕਿਨ ਮੁਹੱਬਤ ਦੇ ਨਾ ਜੀ ਮੈਂ ਨਾ ਵੀ ਇਸੀ ਮੁਹੱਬਤ ਨੂੰ ਬੜਾ ਲਿਮਿਟਿਡ ਕਰ ਲਿਆ, ਮਹਦੂਦ ਕਰ ਲਿਆ। ਮੁਹੱਬਤ ਬੜਾ ਇਹਦਾ ਇਹਦਾ ਵਾਈਡ ਕਨਸੈਪਟ ਹੈ, ਬੜੀ ਇਹ ਲੰਮੀ ਚੌੜੀ ਚੀਜ਼ ਹੈਗੀ। ਮੁਹੱਬਤ ਸਿਰਫ ਇਹ ਨਹੀਂ ਵੀ ਲੜਕੀ ਨਾਲ ਜਾਂ ਤੁਸੀਂ ਕਿਸੇ ਫਿਜ਼ੀਕਲ ਰਿਲੇਸ਼ਨ ਨੂੰ ਮੁਹੱਬਤ ਦਾ ਨਾਮ ਦਿਓ, ਨਹੀਂ। ਮੁਹੱਬਤ ਜਾਂ ਇਸ਼ਕ ਇੱਕ ਬੜਾ ਵਾਈਡਰ ਕਨਸੈਪਟ ਹੈ, ਬੜੀ ਵੱਡੀ ਗੱਲ ਹੈਗੀ, ਔਰ ਇਸ ਤੋਂ ਬਗੈਰ ਜ਼ਿੰਦਗੀ ਕੋਈ ਨਹੀਂ। ਤੁਸੀਂ ਮੁਹੱਬਤ ਤੋਂ ਬਗੈਰ ਨਾ ਅਗਰ ਤੁਹਾਡੇ ਦਿਲ ਦੇ ਵਿੱਚ ਕਿਸੇ ਬੰਦੇ ਦੀ ਹੁੱਬ ਨਹੀਂ ਹੈ ਨਾ, ਤੁਹਾਡੇ ਵਾਲਦੈਨ ਦੀ ਹੁੱਬ ਨਹੀਂ ਹੈ, ਤੁਸੀਂ ਕਿਸੇ ਜਾਨਵਰ ਨਾਲ, ਮੈਂ ਇੱਕ ਵਾਕਿਆ ਤੁਹਾਨੂੰ ਸੁਣਾਉਣਾ ਇਸੇ ਤਵਸਤ ਨਾਲ। ਇੱਕ ਬੜੇ ਵੱਡੇ ਪੀਰ ਆਏ, ਅੱਛਾ ਜੀ, ਉਹਨਾਂ ਕੋਲ ਇੱਕ ਬੰਦਾ ਜਾਂਦਾ ਰਿਹਾ, ਉਹਨੇ ਜੀ ਮੈਂ ਤੁਹਾਡਾ ਮਰੀਦ ਹੋਣਾ। ਉਹਨਾਂ ਨੇ ਆਖਿਆ ਵੀ ਉਹ ਨਾ ਮੋਰੀ ਟੱਪ ਜਾ ਤੇ ਅੰਦਰ ਕਮਰੇ ਦੇ ਵਿੱਚ ਜਾ ਤੇ ਬਹਿ ਜਾ, ਤੇ ਇੱਥੇ 1 ਮਹੀਨਾ ਨਾ ਤੂੰ ਜਿਸ ਬੰਦੇ ਨਾਲ ਪਿਆਰ ਕਰਨਾ ਹੈ, ਜਿਸ ਬੰਦੇ ਨਾਲ ਤੇਰੀ ਮੁਹੱਬਤ ਹੈ, ਤੂੰ ਨਾ ਉਹਨੂੰ ਦਿਮਾਗ ਦੇ ਵਿੱਚ ਲਿਆ ਤੇ 1 ਮਹੀਨਾ ਬਹਿ ਤੇ ਨਾ ਉਹਦੇ ਬਾਰੇ ਸੋਚਦਾ ਰਹੇ। ਅੱਛਾ ਜੀ, ਤੇ ਮੈਂ ਉਸ ਤੋਂ ਬਾਅਦ ਤੈਨੂੰ ਮਰੀਦ ਕਰ। ਉਹਨੇ ਜੀ ਮੈਨੂੰ ਤਾਂ ਕਿਸੇ ਨਾਲ ਪਿਆਰ ਹੈ ਹੀ ਕੋਈ ਨਹੀਂ। ਉਹਨੇ ਫਿਰ ਤੂੰ ਮੇਰਾ ਮਰੀਦ ਨਹੀਂ ਹੋ ਸਕਣਾ, ਚਲਾ ਜਾ। ਉਹ ਪਿੱਛਾ ਮੁੜਾ ਨਾ, ਤੇ ਇੱਕੇ ਵਾਰੀ ਉਹਨੇ ਆਖਿਆ ਜੀ ਮੈਨੂੰ ਨਾ ਮੈਂ ਨਾ ਜੀ ਮੈਂ ਬੜੀ ਸੋਹਣੀ ਲੱਗਦੀ ਮੇਰੀ, ਤੇ ਮੈਂ ਉਹਨੂੰ ਬੜਾ ਨਵਾਣਾ ਕੁਛਣਾ, ਹਾਂ ਮੈਂ ਉਹਨੂੰ ਜਨਾਬ ਨਾ ਉਹਦਾ ਬੜੀ ਖਿਦਮਤ ਕਰਨਾ, ਪੱਠਾ ਡੱਠਾ ਉਹਦਾ ਚੰਗਾ ਕਰਨਾ, ਤੇ ਮੈਨੂੰ ਉਹਦੇ ਨਾਲ ਉਲਫਤ ਹੈ। ਪੀਰ ਸਾਹਿਬ ਨੇ ਹਾਂ ਕੋਈ ਗੱਲ ਨਹੀਂ, ਤੂੰ ਬਸ ਉਹਦਾ ਜ਼ਿਹਨ ਦੇ ਵਿੱਚ ਖਿਆਲ ਰੱਖ ਕੇ ਉੱਥੇ ਮੈਡੀਟੇਸ਼ਨ ਕਰ, ਤੂੰ ਬਹਿ ਜਾ ਉਸ ਕਮਰੇ ਦੇ ਵਿੱਚ, ਉਹਦੇ ਬਾਰੇ ਸੋਚਦਾ ਰਹੇ। ਲਓ ਜੀ ਉਹ 15-20 ਦਿਨ ਜਿੰਨੇ ਦਾ ਚਿੱਲਾ ਸੀ ਜਾਂ 40 ਦਿਨ ਦਾ ਸੀ, ਉਸ ਤੋਂ ਬਾਅਦ ਪੀਰ ਸਾਹਿਬ ਨੂੰ ਮੋਰੀ ਟੱਪ ਤੇ ਜਾਂਦਾ ਨਾ ਅੰਦਰ, ਤੇ ਪੀਰ ਸਾਹਿਬ ਨੇ ਹਾਂ ਲੈ ਵੀ ਆ ਜਾ ਬਾਹਰ। ਉਹ ਜਿਸੇ ਬਾਹਰ ਆਉਣ ਲੱਗਾ ਨਾ, ਤਾਂ ਆਦਾ ਜੀ ਮੈਂ ਬਾਹਰ ਕਿਵੇਂ ਨਿਕਲਾਂਗਾ, ਮੇਰੇ ਤੇ ਸਿੰਘ ਅੜਸਣ। ਅੱਛਾ ਜੀ, ਯਾਨੀ ਕਿ ਉਹਨੇ ਆਦੇ ਆਪ ਨੂੰ ਵੀ ਮੈਂ ਬਣਾ ਲਿਆ ਜੀ। ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੋ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਦੀਦੂ ਰਾਂਝਾ ਹੀਰ ਨਾ ਆਖੋ ਕੋਈ। ਜਿਸ ਵੇਲੇ ਬੰਦਾ ਕਿਸੇ ਦੇ ਇਸ਼ਕ ਦੇ ਵਿੱਚ ਨਾ ਫਨਾ ਹੋ ਜਾਣਾ, ਇਹਨੂੰ ਸੱਦੇ ਨੇ। ਇਵੇਂ ਤੁਸੀਂ ਫਨਾ ਫਿਲ ਹੈ, ਇਵੇਂ ਫਨਾ ਫਿਰ ਰਸੂਲ ਹੈ, ਤੁਸੀਂ ਫਨਾ ਫਿਲ ਮੁਰਸ਼ਦ ਹੈ। ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਹੋ ਨਾ ਜਦੋਂ, ਉਦੋਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਕੀ ਚੀਜ਼ ਹੈ, ਮੁਹੱਬਤ ਕੀ ਸ਼ੈ। ਸੋ ਮੁਹੱਬਤ ਜੀ ਇੱਕ ਮੁਹੱਬਤ ਸਿਰਫ ਬੇਗਮ ਨਾਲ ਹੀ ਕੀਤੀ ਜੀ, ਇੱਕ ਤਾਂ ਜੀ ਜਿਹੜੀ ਅਸਲ ਮੁਹੱਬਤ ਹੈ। ਬਾਕੀ ਜਿਹੜਾ ਹੈ ਜੀ ਅਜੇ ਬਾਕੀ ਮੁਹੱਬਤਾਂ ਜਿਹੜੀਆਂ ਹਨ, ਉਹ ਇਸ਼ਕ ਜਿਹੜਾ ਜੀ ਮੈਨੂੰ, ਮੇਰੇ ਗੁੱਲਰ ਵੀ ਮੈਨੂੰ ਬੜਾ ਪਿਆਰਾ ਲੱਗਦਾ ਹੈ ਜੀ, ਮਈਆਂ ਵੀ ਪਿਆਰੀਆਂ ਲੱਗਦੀਆਂ ਨੇ ਜੀ, ਬੇਲੀ ਸਜਣਾ ਨਾਲ ਵੀ ਇਸ਼ਕ ਹੈ ਮੈਨੂੰ, ਹੈ ਹੰਜ਼ਲਾ ਬਾਈ ਨਾਲ ਵੀ ਇਸ਼ਕ ਹੈ, ਮੁਹੱਬਤ ਹੈ, ਹਾਂ ਸਾਰਿਆਂ ਨਾਲ ਮੁਹੱਬਤ। ਇਹ ਜਜ਼ਬਾ ਹੈ, ਇਹਨੂੰ ਕੈਦ ਕਰਨਾ ਮੁਮਕਿਨ ਨਹੀਂ ਜੀ। ਬਹੁਤ ਸ਼ੁਕਰੀਆ। ਹਾਂਜੀ, ਇੱਕ ਹੋਰ ਦੋਸਤ ਹੈਗਾ ਜੀ, ਉਹਨੇ ਇਹਨੂੰ ਆਖਾ ਇਹਨੂੰ ਕਰ ਲੈਣ ਜੀ, ਪਿੱਛੇ ਨਾ ਕਰ ਲੈ। ਸਰ ਜੀ ਮੈਂ ਇੱਕ ਸਟੂਡੈਂਟ ਹਾਂ, ਤੇ ਇਸੇ ਕੋਲ ਮੇਰਾ ਸਵਾਲ ਹੀ ਤਾਲੀਮ ਦੇ ਹਵਾਲੇ ਨਾਲ ਹੋ ਸੀ। ਮੇਰਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਤੁਹਾਡਾ 12 ਸਾਲ ਦਾ ਤਜਰਬਾ ਹੈ ਪ੍ਰੋਫੈਸਰੀ ਵਿੱਚ,
ਤੇ ਸੁਣਨ 'ਚ ਇਹ ਆਉਂਦਾ ਹੈ ਕਿ ਤੁਹਾਡਾ ਅੱਜ ਤੱਕ ਇੱਕ ਵੀ ਬਾਲ ਦੀ ਕਿਸੇ ਦੀ ਕੋਈ ਸਪਲੀ ਨਹੀਂ ਆਈ, ਕੋਈ ਫੇਲ ਨਹੀਂ ਆਇਆ, ਤੁਹਾਡਾ ਹਮੇਸ਼ਾ ਰਿਜ਼ਲਟ ਇੰਨਾ ਅੱਛਾ ਕਿਉਂ ਆਉਂਦਾ ਹੈ? ਇਹ ਕਿਹੜੀ ਫੱਕੀ ਤੁਸੀਂ ਬਾਲਾਂ ਨੂੰ ਖਵਾਉਂਦੇ ਨੇ? ਜਿਹੜਾ ਅੱਗੇ ਇੱਕ ਸਵਾਲ ਕੀਤਾ ਸੀ ਨਾ, ਉਹ ਕਾਸ਼ਿਫ ਨੇ ਉਹਦੇ ਨਾਲ ਰਿਲੇਟਡ ਹੀ ਹੈ। ਪਹਿਲੀ ਗੱਲ ਤੇ ਇਹ ਹੈ ਨਾ ਜੀ ਕਿ ਮੈਂ ਪੰਜਾਬੀ ਨਾ ਜੀ, ਜਿਹੜਾ ਬੱਚਾ ਮੇਰੇ ਕੋਲ ਆਉਂਦਾ ਹੈ ਉਹ ਆਉਂਦਾ ਹੀ ਪੰਜਾਬੀ ਬੈਕਗਰਾਊਂਡ ਤੋਂ ਹੈ, ਉਹਨੂੰ ਪੰਜਾਬੀ ਦੀ ਬੋਲੀ ਦਾ, ਉਹਨੂੰ ਪੰਜਾਬੀ ਦੇ ਲਫ਼ਜ਼ਾਂ ਦਾ ਪਹਿਲੇ ਪਤਾ ਹੁੰਦਾ, ਬਸ ਸਿਰਫ ਉਹਨੂੰ ਥੋੜਾ ਜਿਹਾ ਗਾਈਡ ਕਰਨਾ। ਹੁਣ ਇੱਕ ਪਸ਼ਤੋ ਸਟੂਡੈਂਟ ਹੋਵੇ, ਉਹ ਮੇਰੇ ਕੋਲ ਪੰਜਾਬੀ ਪੜ੍ਹਨ ਆਵੇ ਤਾਂ ਮੈਂ ਨਹੀਂ ਉਹਨੂੰ ਕਰ ਸਕਦਾ। ਫਿਰ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਸਿਲੇਬਸ ਬੜਾ ਛੋਟਾ ਜਿਹਾ, ਸਾਡਾ ਪੰਜਾਬੀ ਦਾ ਸਿਲੇਬਸ ਛੋਟਾ ਜਿਹਾ ਹੈ। ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਿਰਫ ਉਹਨੂੰ ਸਬਕ ਨਾ ਪੜ੍ਹਾਵਾਂ, ਮੈਂ ਉਹਨੂੰ ਮਿਸਾਲ ਦੇ ਤੌਰ ਤੇ ਬਾਬੇ ਬੁੱਲੇ ਸ਼ਾਹ ਦੀ ਕੋਈ ਚੀਜ਼ ਪੜ੍ਹਾਉਂਦਾ ਪਿਆ ਤੇ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਉਹਨੂੰ ਪੂਰਾ ਬਾਬੇ ਬੁੱਲੇ ਸ਼ਾਹ ਦਾ ਨਜ਼ਰੀਆ ਪੜ੍ਹਾਵਾਂ ਕਿ ਬਾਬੇ ਬੁੱਲੇ ਸ਼ਾਹ ਨੇ ਬੇਸਿਕਲੀ ਆਖਾ ਕੀ ਹੈ ਵੀ ਇਨਸਾਨ ਨਾਲ ਮੁਹੱਬਤ ਕਰਨੀ ਹੈ, ਇਨਸਾਨੀਅਤ ਨਾਲ ਮੁਹੱਬਤ ਕਰਨੀ ਹੈ, ਬਗੈਰ ਕਿਸੇ ਕਾਸਟ ਕਰੀਡ ਤੋਂ, ਬਗੈਰ ਕਿਸੇ ਡਿਸਕ੍ਰਿਮੀਨੇਸ਼ਨ ਤੋਂ। ਤੁਸੀਂ ਹਰ ਬੰਦੇ ਦਾ ਆਦਰ ਕਰਨਾ, ਹਰ ਬੰਦੇ ਦੀ ਇੱਜ਼ਤ ਕਰਨੀ। ਮੈਂ ਇਸ ਤਰ੍ਹਾਂ ਬੱਚਿਆਂ ਦੀ ਤਰਬੀਅਤ ਕਰ ਦਿੰਦਾ ਹਾਂ ਵੀ ਅਲਹਮਦੁਲਿਲਾ ਪੇਪਰ ਤੋਂ ਪਾਸ ਕਰਦੇ ਹੀ ਹਨ। ਮੇਰਾ ਸਟੂਡੈਂਟ ਤੁਹਾਨੂੰ ਜਿਹੜਾ ਬੰਦੇ ਦੇ ਪੁੱਤਰਾਂ ਤਰ੍ਹਾਂ ਮੇਰੇ ਕੋਲ ਪੜ੍ਹੇਗਾ, ਉਹ ਤੁਹਾਨੂੰ ਦੂਸਰਾ ਤੋਂ ਮੁਖਤਲਿਫ ਨਜ਼ਰ ਆਵੇਗਾ। ਜੀ ਜੀ, ਉਹਦੇ ਤਸ਼ੱਦਦ ਵਾਲਾ ਜ਼ਿਹਨ, ਉਹਦਾ ਐਲੀਮੈਂਟ ਮੈਂ ਕੱਢ ਦੇਣਾ। ਉਹ ਹਰ ਬੰਦੇ ਦੀ ਇੱਜ਼ਤ ਕਰੇਗਾ, ਉਹ ਹਰ ਬੰਦੇ ਦੀ ਆਦਰ ਕਰੇਗਾ, ਆਪਣੇ ਮਾਂ ਪਿਓ ਦਾ ਇਹਤਰਾਮ ਕਰੇਗਾ, ਆਪਣੀ ਧਰਤੀ ਨਾਲ, ਆਪਣੀ ਮਿੱਟੀ ਨਾਲ ਪਿਆਰ ਕਰੇਗਾ। ਸੋ ਮੈਂ ਕਾਮਯਾਬੀ ਸਮਝਣਾ ਕਿ 12 ਸਾਲ ਦੇ ਵਿੱਚ ਅਲਹਮਦੁਲਿਲਾ ਅੱਜ ਤੱਕ ਮੇਰਾ ਕੋਈ ਸਟੂਡੈਂਟ ਫੇਲ ਨਹੀਂ ਹੋਇਆ। ਔਰ ਉਹਦੀ ਵਜ੍ਹਾ ਵੀ ਇਹ ਹੈ ਕਿ ਮੈਂ ਉਹਦੇ ਕਨਸੈਪਟ ਕਲੀਅਰ ਕਰਨਾ। ਮੈਂ ਉਹਨੂੰ ਸਿਰਫ ਤਦਰੀਸੀ ਜਿਹੜਾ ਨਿਸਾਬ ਹੈ ਉਹ ਨਹੀਂ ਪੜ੍ਹਾਉਣਾ, ਬਲਕਿ ਨਿਸਾਬ ਦੇ ਵਿੱਚ ਜਿਹੜੀ ਉਹਨਾਂ ਦੀ ਫਿਲਾਸਫੀ ਹੈ ਬਾਬੇ ਬੁੱਲੇ ਸ਼ਾਹ ਦੀ ਜਾਂ ਬਾਬੇ ਫਰੀਦ ਦੀ ਹੈ, ਜਿਹੜੀ ਸਾਡੀ ਪੰਜਾਬੀ ਧਰਤੀ ਦੀ ਜਿਹੜੀ ਹੈ, ਉਹ ਸਾਰਾ ਜਿਹੜਾ ਹੈ ਉਹ ਮੈਂ ਉਹਨੂੰ ਖੋਲ ਕੇ ਪਵਾ ਦੇਣਾ। ਉਹ ਤੁਹਾਡੇ ਗੱਲ ਤਰ੍ਹਾਂ ਵੀ ਪੱਕੀ ਬਣਾ ਦੇ ਉਹਨੂੰ, ਆਣਾ ਵੀ 60 ਜਦ ਤੋਂ ਪਾਣੀ ਪੀ ਜਾ, ਅੱਲਾ ਦੇ ਹੁਕਮ ਨਾਲ ਸਾਰੀ ਜ਼ਿੰਦਗੀ ਜਿਹੜਾ ਨਾ ਪੰਜਾਬੀ ਕਰਦਾ। ਜੀ ਕੁਝ ਹੋਰ ਦੋਸਤ ਹੈਗੇ ਜੀ, ਉਹ ਹੀ ਤੁਹਾਡੇ ਨਾਲ ਸਵਾਲ ਕਰਨਾ ਚਾਹੁੰਦੇ। ਠੀਕ ਹੈ ਜੀ। ਉਮਰ ਸਾਹਿਬ। अस्सलाम वालेकुम उस्ताद साहब, मेरा नाम उमर सदीक है जी। ਤੇ ਮੈਨੂੰ ਇੱਕ ਫਨੀ ਜਿਹਾ ਸਵਾਲ ਆਇਆ ਸੀ ਤੁਹਾਡਾ ਨਾ, ਮੈਂ ਇੱਕ ਦੀ ਵੀਡੀਓ ਦੇਖੀ ਸੀ, ਤੁਸੀਂ ਨਾ ਇੱਕ ਵੀਡੀਓ ਬਣਾਈ, ਉਹਦੇ ਵਿੱਚ ਨਾ ਤੁਸੀਂ ਇੱਕ ਸ਼ਾਗਿਰਦ ਤੁਹਾਡਾ ਖਾਣਾ ਲੈ ਕੇ ਆਂਦਾ ਹੈਗਾ, ਤੁਸੀਂ ਕਹਿੰਦੇ ਆ ਸ਼ਾਗਿਰਦ ਦਾ ਖਾਣਾ ਬੜਾ ਤੇਰਾ ਸੁਰੀਲਾ ਹੈ, ਉਹਦੇ ਵਿੱਚ ਕੀ ਲਾਜਿਕ ਹੈ ਜੀ ਸੁਰੀਲੇ ਖਾਣੇ 'ਚ? ਇਹ ਨਾ ਜੀ, ਇਹ ਲਫ਼ਜ਼ ਨਾ ਜੀ ਖਾਨ ਸਾਹਿਬ ਬੋਲਦੇ ਆ। ਅੱਛਾ ਜੀ। ਆਪਾਂ ਜੀ ਨਾ ਜੀ, ਹੁਣ ਮੈਂ ਚਲੋ ਇਹ ਗੱਲ ਹੁਣ ਆਪਾਂ ਨੂੰ ਨੇ ਮਿਰਾਸੀ ਜੀ, ਅਸਲ ਵਿੱਚ ਨਾ ਜੀ ਮਿਰਾਸੀ ਲਫ਼ਜ਼ ਮਿਰਾਸ ਤੋਂ ਨਿਕਲਿਆ ਹੈ। ਮਿਰਾਸ ਕੀ ਹੁੰਦਾ ਹੈ? ਜਿਹੜਾ ਆਪਣੇ ਪਿਓ ਦਾਦਿਆਂ ਦਾ ਕੰਮ ਹੈ। ਹਰ ਬੰਦਾ ਮਿਰਾਸੀ ਹੈ। ਮੇਰਾ ਦਾਦਾ ਅਗਰ ਵਾਹੀ ਕਰਦਾ ਸੀ ਨਾ, ਤੇ ਮੇਰਾ ਪਿਓ ਵੀ ਉਹ ਵਾਹੀ ਕਰਦਾ ਪਿਆ ਤੇ ਮੈਂ ਵੀ ਉਹ ਵਾਹੀ ਕਰਦਾ ਪਿਆ, ਮੈਂ ਆਦਾ ਮਿਰਾਸੀ ਕੰਮ ਲੈ ਤੇ ਤੁਰਾਂ, ਜਿਹੜੀ ਮੇਰੇ ਵਿਰਾਸਤ ਦੇ ਵਿੱਚ ਮੈਨੂੰ ਮਿਰਾਸ ਦੇ ਵਿੱਚ ਮਿਲਿਆ ਸੀ। ਅੱਛਾ, ਲਿਆਦਾ ਮੈਂ ਮਿਰਾਸੀ। ਉਹ ਆਪਣੀ ਮੌਸੀਕੀ ਨੂੰ, ਆਦਿ ਹਰ ਚੀਜ਼ ਨੂੰ ਲੈ ਤੇ ਤੁਰਦੇ ਨੇ, ਔਰ ਉਹ ਬੜੇ ਖੂਬਸੂਰਤ ਲੋਕ ਹੁੰਦੇ ਨੇ। ਆਪਣੇ ਪਿੰਡਾਂ ਦੇ ਵਿੱਚ ਜਿਹੜੇ ਮਿਰਾਸੀ ਹੁੰਦੇ ਆ, ਨਾਈ, ਜਿਨ੍ਹਾਂ ਨੂੰ ਆਪਾਂ ਮਾਜ਼ਰਤ ਨਾਲ ਕੰਮੀ ਆਖਦੇ। ਹਾਲਾਂਕਿ ਕੰਮੀ ਦਾ ਮਤਲਬ ਹੈ ਕੰਮ ਕਰਨ ਵਾਲਾ। ਕੰਮੀ ਕੰਮ ਤੋਂ ਨਿਕਲਿਆ ਹੈ। ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕੰਮੀ ਹੈ, ਤੇ ਜਿਹੜਾ ਵਿਹਲੀਆਂ ਬਹਿ ਤੇ ਖਾਂਦਾ ਉਹ ਚੌਧਰੀ ਹੈ। ਇਹ ਕਿੰਨੀ ਵੱਡੀ ਡਿਸਕ੍ਰਿਮੀਨੇਸ਼ਨ, ਕਿੰਨਾ ਤਜ਼ਾਦ ਹੈ। ਠੀਕ ਹੈ ਨਾ। ਲਿਹਾਜ਼ਾ ਨਾ ਜੀ ਉਹ ਲਫ਼ਜ਼ ਨਾ ਜੀ, ਖਾਨ ਸਾਹਿਬ ਮੇਰੇ ਬੜੇ ਬੇਲੀਆਂ ਜੀ। ਖਾਨ ਸਾਹਿਬ ਵੀ ਤੇ ਵੈਸੇ ਜਿਹੜੇ ਦੋਸਤ ਮੌਸੀਕੀ ਨਾਲ ਰਮਜ਼ਾਨ ਜਾਨੀ ਨੂੰ ਜਾਂ ਵਾਦ ਤਰਮੀਜ਼ ਨੂੰ ਮਿਲਨੇ ਆ, ਜਾਂ ਹੋਰ ਕਈ ਜੇ ਖਾਨ ਸਾਹਿਬਾਨ ਹਨ, ਉਹ ਨਾ ਹਰ ਚੀਜ਼ ਨੂੰ ਨਾ ਜੀ ਉਹ ਸੁਰ ਦੇ ਹਵਾਲੇ ਨਾਲ ਜਾਂਚਦੇ ਨੇ। ਖਾਣਾ ਅੱਛਾ ਬਣਾ ਹੋਵੇ ਤਾਂ ਯਾਰ ਬੜਾ ਸੁਰੀਲਾ ਬਣਾ। ਅੱਛਾ, ਔਰ ਵਾਕਿਆ ਹੀ ਇਹ ਸੁਰ ਨਾਲ ਬਣਦਾ ਹੈ। ਸੁਰ ਦਾ ਮਤਲਬ ਹੈ ਸਮਝ। ਆਪਾਂ ਇਹ ਗੱਲ ਆਖਨੇ ਤੈਨੂੰ ਇਸ ਕੰਮ ਦੀ ਸੋਰੀ ਕੋ ਨਹੀਂ ਆਖਨੇ ਕਿ ਨਹੀਂ ਜੀ? ਉਹ ਸੁਰ ਕਿੱਥੋਂ ਨਿਕਲਿਆ ਹੈ? ਉਹ ਸੁਰ ਸੂਰਤ ਤੋਂ ਨਿਕਲਿਆ ਹੈ। ਸੂਰਤ ਦਿਮਾਗ ਨੂੰ ਸੱਦੇ ਨੇ। ਲਿਹਾਜ਼ਾ ਜਿਹੜਾ ਕੰਮ ਦਿਲ ਦਿਮਾਗ ਨਾਲ ਹੋਇਆ ਹੁੰਦਾ, ਅੱਛਾ ਹੋਇਆ ਹੁੰਦਾ, ਉਹ ਸੁਰੀਲਾ ਹੈ। ਤੇ ਤਾਂ ਮੈਂ ਆਖਣਾ ਜੀ ਸੁਰੀਲਾ ਇਹ ਹੈ ਜੀ। ਇੱਕ ਹੋਰ ਦੋਸਤ ਹੈਗਾ ਜੀ, ਉਹ ਆਖਰੀ ਕਹਿਣਾ ਚਾਹੁੰਦਾ ਜੀ। ਜਾਗਰ ਸਾਹਿਬ ਕਰੇ। जोया साहब, मेरा एक जागतड़ा जिहा सवाल है भी मैं एक छोटा जिहा कंटेंट क्रिएटर हाँ, तो इस हवाले नाल शुरू में जिसले नहीं पता सी तो मैं काफ़ी दोस्तों नूं मिला। कुछ ऐसे कंटेंट क्रिएटर हुंदे ने भी वो बज़ाहिर यानी कि वीडियो तो बड़े बाइखलाक नज़र आ रहे होंदे, लेकिन जिसले हकीकत उन्हां नाल मुलाकात होवे या उन्हां नूं मिलीए किधरे तो वो बड़े बद जबान होंदे ने, या उन्हां दा कोई इखलाक नहीं हुंदा, या टाइम ही नहीं देंदे। पर जिसले तुहानूं मिलिया तो तुहाडा तां अंदर बाहर ही है माशाअल्लाह। मैं जब 2023 पहली बार तुहाडे कोल आया, इस गल दा पता ही नहीं लगा भी मैं तुहाडे कोल तुहाडा दोस्त हाँ, बचपन दा हाँ, या तुसीं मेरे तो वड्डे हो। तुहाडा माशाअल्लाह इन्ना इखलाक अच्छा सी, इहदी की वजह?
ਯਾਦ ਭਾਈ ਨਾ ਤੁਹਾਡੀ ਮੁਹੱਬਤ ਹੈਗੀ ਹੈ, ਤੁਹਾਡੀ ਜ਼ਰਾ ਨਵਾਜ਼ੀ, ਮਿਹਰਬਾਨੀ, ਤੁਸੀਂ ਇਸ ਕਾਬਿਲ ਸਮਝਦੇ ਨੇ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਮੈਂ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਹਾਲੀ ਸਟਾਰ ਬਣਾ ਹੀ ਨਹੀਂ, ਮੈਂ ਤਾਂ ਹਾਲੀ ਸਟਾਰਾਂ ਦੀ ਨਹੀਂ ਜੀ। ਤੇ ਦੂਸਰੀ ਗੱਲ ਇਹ ਹੈਗੀ ਹੈ ਵੀ ਮੈਨੂੰ ਨਾ ਜੀ ਇਹ ਵੀ ਪੰਜਾਬੀ ਨਹੀਂ ਸਿਖਾਇਆ ਹੈ ਕਿ ਬਾਬਾ ਫਰੀਦ ਦਾ ਇੱਕ ਸ਼ੇਰ ਵੀ ਹੈ ਨਾ ਕਿ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਏ। ਆਪਾਂ ਮਿੱਟੀ ਨੂੰ ਬੁਰਾ ਨਹੀਂ ਆਖਣਾ, ਤੇ ਮਿੱਟੀ ਕੀ ਹੈ, ਇਨਸਾਨ ਵੀ ਮਿੱਟੀ ਹੈ, ਠੀਕ ਹੈ ਨਾ। ਮਿੱਟੀ ਦੀ ਵੀ ਬੜਾ ਵੱਡਾ ਇੱਕ ਬੜੀ ਵੱਡੀ ਫਿਲਾਸਫੀ ਹੈ ਮਿੱਟੀ ਦੀ। ਮਿੱਟੀ ਦੇ ਵਿੱਚ ਆਪਾਂ ਇਨਸਾਨ ਵੀ ਚਰਿੰਦ ਸਾਰੇ ਮਿੱਟੀ ਤਖਲੀਕ ਕੀਤੀ। ਅਸੀਂ ਮਿੱਟੀ ਹੈ ਤੇ ਮਿੱਟੀ ਹੋ ਜਾਣਾ, ਲਿਹਾਜ਼ਾ ਕਿਸ ਚੀਜ਼ ਦਾ ਗਰੂਰ ਤੇ ਕਿਸ ਚੀਜ਼ ਦਾ ਫਖਰ। ਮੈਂ ਆਖਣਾ ਵੀ ਮੈਨੂੰ ਹੁਣ ਇੰਨੀ ਖੁਸ਼ੀ ਹੁੰਦੀ ਹੈ ਵੀ ਫਰਿਆਦ ਸਾਹਿਬ ਨਾ ਮੇਰੇ ਕੋਲ ਜਦੋਂ ਆਏ ਨਾ, ਬੱਚਾ ਹੀ ਹਾਲੀ ਤੇ ਸਾਡਾ ਬਾਲ ਹੀ ਹੈ, ਸਾਡੇ ਤੇ ਛੋਟੇ ਭਰਾਵਾਂ ਜਿਹੜਾ ਹੈ, ਉਦੋਂ ਵੀ ਇਹਦੇ ਚਿਹਰੇ ਤੇ ਬੜੀ ਮਾਸੂਮੀਅਤ, ਹੁਣ ਵੀ ਇਹਦੀ ਵੀਡੀਓ 'ਚ ਮਾਸੂਮੀਅਤ ਹੁੰਦੀ ਹੈ ਜਿਹੜੀ ਮੈਨੂੰ ਪਸੰਦ ਆਉਂਦੀ। ਇਹ ਆਦਾ ਜੀ ਮੇਰੀ ਵੀਡੀਓ ਨਹੀਂ ਚੱਲਦੀ, ਮੈਂ ਕੀ ਕਰਾਂ, ਜਿਵੇਂ ਝਟਕਾ ਜਿਹਾ ਬੋਲਦਾ ਹੈ। ਮੈਂ ਕਿਹਾ ਵੀ ਤੂੰ ਇਹ ਤੇ ਪਟੂਸ਼ੀਆਂ ਮਾਰ ਕਰਨਾ ਕਿ ਮੈਂ ਤੂੰ ਕੰਮ ਲੱਗਾ ਰਿਹਾ, ਅੱਲਾਹ ਤਾਲਾ ਤੈਨੂੰ ਰੰਗ ਲਾਸ, ਔਰ ਇਹ ਲੱਗਾ ਰਿਹਾ, ਔਰ ਅੱਲਾਹ ਦਾ ਸ਼ੁਕਰ ਹੋਣੇ ਦੀ ਪਹਿਚਾਣ ਬਣ ਗਈ, ਤਹਿਸੀਲ ਜ਼ਿਲ੍ਹੇ ਤੱਕ ਬਣ ਗਈ, ਫਿਰ ਅਗਾਂਹ ਵੀ ਬਣ ਜਾਸੀ। ਇਹ ਹੌਲੀ ਹੌਲੀ ਹੁੰਦਾ ਹੈ, ਹੌਲੀ ਹੌਲੀ ਮੁਕਾਮ ਹੁੰਦਾ ਹੈ ਬੰਦੇ ਦਾ, ਐਵੇਂ ਨਹੀਂ ਹੁੰਦਾ ਵੀ ਇੱਕ ਵਾਰੀ ਬੰਦਾ ਉੱਠੇ ਤੇ ਸਪੀਡ ਲੱਗ ਜਾਵੇ। ਇਹ ਜਿਹੜੇ ਮੋਬਾਈਲਾਂ ਦੇ ਜਹਾਜ਼ ਹੀ ਐਵੇਂ ਉੱਡਦੇ ਹਨ, ਬੰਦਾ ਹੌਲੀ ਹੌਲੀ ਰਮਕੇ 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 ਆਦੀ ਮੰਜ਼ਿਲ ਦੇ। ਔਰ ਸਭ ਨਾਲੋਂ ਜਿਹੜਾ ਨਾ ਕਾਮਯਾਬੀ ਦਾ ਜਿਹੜਾ ਜ਼ਰੀਆ ਸਭ ਨੂੰ ਬਿਹਤਰ ਉਹ ਇਹ ਹੈ ਕਿ ਤੁਸੀਂ ਸਲੋ ਪਹੁੰਚੋ, ਤੁਸੀਂ ਰਾਹ ਦੇ ਵਿੱਚ ਹਰ ਮਕਾਮ ਵੇਖਦੇ ਜਾਓ। ਲਿਹਾਜ਼ਾ ਜਿਹੜੇ ਲੋਕ ਬਦ ਅਖਲਾਕੀ ਕਰਦੇ ਨੇ, ਮੈਂ ਤਾਂ ਜੀ ਜਨਾਬ ਉਹਨਾਂ ਨੂੰ ਇਹੀ ਆਖਾਂਗਾ ਵੀ ਉਹ ਜਿਹੜੇ ਸਟਾਰ ਬਣ ਜਾਂਦੇ ਰਿਹਾ, ਇਹ ਕੋਈ ਸਟਾਰਟ, ਅੱਛਾ ਸੋਸ਼ਲ ਮੀਡੀਆ ਵਾਲਾ ਸਟਾਰਡਮ ਵੀ ਨਹੀਂ ਨੇ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਸਟਾਰਡਮ ਹੈ ਮੀਆਂ ਸਾਹਿਬ, ਫਿਲਮ ਇੰਡਸਟਰੀ ਦਾ ਸਟਾਰਡਮ ਹੈ, ਸਟਾਰਡਮ ਹੈ ਕੋਈ ਬੜਾ ਵੱਡਾ। ਵੇਖੋ ਸੰਜੇ ਦੱਤ ਜਿਹੜਾ ਉਹ ਸੋਸ਼ਲ ਮੀਡੀਆ ਸਟਾਰ ਤਾਂ ਨਹੀਂ ਹੈ, ਸਾਡੇ ਤੋਂ ਪਹਿਲੇ ਵਾਲੀ ਜਨਰੇਸ਼ਨ ਵੀ ਉਹਨੂੰ ਪਸੰਦ ਕਰਦੀ ਹੈ, ਹੁਣ ਵੀ ਕਰਨੇ, ਬਾਅਦ ਵਾਲੇ ਵੀ ਕਰਦੇ ਨੇ, ਉਹਦਾ ਇੱਕ ਨਾਂ ਰਹਿਣਾ ਹੈ। ਸੋਸ਼ਲ ਮੀਡੀਆ 'ਚ ਇੱਕ ਦਿਨ ਬੰਦਾ ਆਉਂਦਾ ਹੈ, ਉਹ ਆਦਾ ਜੀ ਪਾਰਟੀ ਹੋ ਰਹੀ ਹੈ, ਉਹਦਾ ਜੀ ਟ੍ਰੈਂਡ ਚੱਲ ਜਾਂਦਾ ਹੈ ਜੀ ਸਾਰੀ ਦੁਨੀਆ। ਅੱਛਾ ਹੁਣ ਉਹਦਾ ਨਾਂ ਵੀ ਆਉਂਦਾ ਕਿਸੇ ਨਹੀਂ ਨਾ ਤਾਂ ਕੋਈ ਇਹ ਨਾ ਇਹਨੂੰ ਮੈਂ ਆਦਾ ਵੀ ਇਹ ਹਵਾ ਦੇ ਬੱਦਲ ਹਨ, ਇਹ ਧੂੰ ਦੇ ਬੱਦਲ, ਇਹ ਧੂੰ ਦੇ ਬੱਦਲ ਹਨ। ਇਹ ਸੋਸ਼ਲ ਮੀਡੀਆ ਸਟਾਰ ਜਿਹੜੇ ਬਣ ਜਾਂਦਾ ਨਾ, ਉਹ ਆਦੇ ਆਪ ਨੂੰ ਬੰਦਾ ਹੀ ਸਮਝੇ, ਉਹ ਕੋਈ ਐਡਾ ਨਾ ਉੱਡੇ, ਇਹ ਉਡਾਰੀ ਥੋੜੇ ਦਿਨਾਂ ਦੀ ਹੁੰਦੀ ਨੇ। ਇਹ ਬੜਾ ਔਖਾ ਹੁੰਦਾ ਹੈ ਵੀ ਕੋਈ ਬੜੇ ਮਕਾਮ ਤੇ ਅੱਪੜ ਤੇ ਹੈ, ਠੀਕ ਹੈ। ਹੁਣ ਮਾਈਆਂ ਜਿਹੜੀਆਂ ਟਿਕਟੋਕ ਰਹਿਣ, ਇਹ ਗੰਦੀ ਵੀਡੀਓ ਨਾ ਸੱਟਣ ਦੇਣ, ਪੁੱਛਦੇ ਕੋਈ ਨਹੀਂ, ਇਹ ਗੰਦੀ ਵੀਡੀਓ ਤਾਂ ਸੱਟਦੇ ਨੇ ਵੀ ਸਾਨੂੰ ਉਹ ਵੇਖਦਾ ਕੋਈ ਨਹੀਂ ਹੈ। ਮੁੜ ਐਵੇਂ ਜਿਹੜਾ ਕੋਈ ਵੀ ਹੈ, ਜਿਹੜਾ ਵੀ ਸਟਾਰ ਹੈਗਾ, ਜੋ ਬੰਦੇ ਦੇ ਪੁੱਤਰਾਂ ਤਰ੍ਹਾਂ ਚੱਲੇਗਾ, ਉਹਦਾ ਸਟਾਰਡਮ ਕਾਇਮ ਰਹਿੰਦਾ ਹੈ, ਨਹੀਂ ਤਾਂ ਲੋਕ ਭੁੱਲ ਜਾਂਦੇ ਨੇ, ਠੀਕ ਹੈ ਨਾ। ਬੰਦਾ ਸਟਾਰ ਕਿਸ ਨਾਲ ਹੈ, ਮੇਰੀ ਇੱਜ਼ਤ ਕਿਸ ਨਾਲ ਹੈ ਵੀ ਆ ਕਿੱਦਾਂ ਭਰਾ ਹੈ ਬੈਠੇ ਨੇ, ਮੈਂ ਤੁਹਾਡੇ ਨਾਲ ਵੱਡਾ ਹਾਂ, ਭਰਾਵਾਂ ਦੀ ਮੁਹੱਬਤ ਨਾਲ ਵੱਡਾ ਹਾਂ। ਜੇ ਮੈਂ ਤੁਹਾਨੂੰ ਵੀ ਮੈਂ ਕੰਨੀ ਇਹੀ ਕਰਦੇ ਤੇ ਮੈਂ ਆਕੜ ਤੇ ਮੈਂ ਕਹਾਂ ਮੈਂ ਫੰਨੇ ਖਾਂ, ਆ ਬੰਦਾ ਕੁਝ ਵੀ ਨਹੀਂ ਮੀਆਂ, ਬੰਦਾ ਤੇ ਆ ਫੂਕ ਨਿਕਲ ਜਾਂਦੀ, ਹੁਣ ਹਾਰਟ ਅਟੈਕ। ਮੈਂ ਆਦੀ 40 ਸਾਲ ਮੇਰੀ ਉਮਰ ਹੈ, ਮੈਂ ਮਜ਼ਾਕ ਨਹੀਂ ਕਰਦਾ, ਮੈਂ ਸੀਰੀਅਸ ਗੱਲ ਕਰਦਾ। ਮੈਂ 7 ਆਦੇ ਕਲਾਸ ਫੈਲੋ ਆਦੇ ਹੱਥਾਂ ਨਾਲ ਪੂਰੀ ਕਰਾਂ, 7 ਆਦੇ ਕਲਾਸ ਫੈਲੋ ਆਦੇ ਹੱਥਾਂ ਨਾਲ ਪੂਰੀ ਕਰਾਂ। ਬੰਦੇ ਦਾ ਕੀ ਹੈ, ਬੰਦਾ ਮਰ ਗਿਆ ਤਾਂ ਕੀ ਹੈ ਲਿਖੇ ਕਿਸੇ ਵੀ ਨੇ। ਤੇ ਤੁਸੀਂ ਜੀਂਦੇ ਹੋ ਤੇ ਕਿਸੇ ਦੇ ਕੰਮ ਆਵੋ, ਕੋਸ਼ਿਸ਼ ਕਰੋ ਅਖਲਾਕ ਨਾਲ। ਤੇ ਮੇਰੀ ਇਹ ਰਿਆਦ ਭਾਈ ਤੁਹਾਡੀ ਮੁਹੱਬਤ ਹੈ, ਤੁਸੀਂ ਮੈਨੂੰ ਇਸ ਕਾਬਲ ਸਮਝਿਆ, ਤੇ ਮੈਂ ਇਨਸ਼ਾਅੱਲਾ ਅਗਾਂਹ ਵੀ ਆਦੇ ਬੇਲਿਆਂ ਸਾਰੇ ਨਾਲ ਅਖਲਾਕ ਮੁਹੱਬਤ ਨਾਲ ਹੀ ਮਿਲਾਂਗਾ। ਸਰ ਮੇਰਾ ਇੱਕ ਹੋਰ ਇਹ ਸਵਾਲ ਹੈ, ਮੈਂ ਪੰਜਾਬੀ 'ਚ ਵਲੌਗ ਬਣਾਉਣਾ, ਕੁਝ ਲੋਕ ਜਿਨ੍ਹਾਂ ਨੂੰ ਖੁਦ ਪੰਜਾਬੀ ਬਾਰੇ ਸਮਝ ਨਹੀਂ, ਉਹ ਮੈਨੂੰ ਆਂਦੇ ਨੇ ਤੂੰ ਜਾਹਿਲਾਨਾ ਵਲੌਗ ਬਣਾ ਰਿਹਾ ਹੈ। ਹਾਲਾਂਕਿ ਪੰਜਾਬੀ ਸਾਡੀ ਮਾਂ ਬੋਲੀ ਜ਼ਬਾਨ ਹੈ, ਅਸੀਂ ਇਹਨੂੰ ਛੱਡ ਹੀ ਨਹੀਂ ਸਕਦੇ, ਇਨਕਾਰ ਕਰ ਹੀ ਨਹੀਂ ਸਕਦੇ। ਉਹ ਲੋਕ ਇੱਕ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ, ਉਲਟਾ ਮੈਨੂੰ ਬਲੇਮ ਕਰਦੇ ਨੇ ਵੀ ਤੂੰ ਜਾਹਿਲ ਹੈ, ਕਿਹੜੀ ਬੋਲੀ ਬੋਲ ਰਿਹਾ। ਇਹਦਾ ਮਤਲਬ ਇਹ ਨਹੀਂ ਵੀ ਮੈਂ ਪੰਜਾਬੀ ਬੋਲ ਰਿਹਾ ਤਾਂ ਮੈਨੂੰ ਉਰਦੂ ਨਹੀਂ ਆਉਂਦੀ ਜਾਂ ਇੰਗਲਿਸ਼ ਨਹੀਂ ਆਉਂਦੀ ਤੇ ਜਾਂ ਮੇਰੇ ਵਿੱਚ ਕੋਈ ਨੌਲੇਜ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਉਹਨਾਂ ਲੋਕਾਂ ਨੂੰ ਕੀ ਪੈਗਾਮ ਹੈ ਜਿਹੜੇ ਇਹ ਗੱਲ ਕਰਦੇ ਨੇ ਵੀ ਤੂੰ ਪੰਜਾਬੀ ਜਾਹਿਲਾਨਾ ਜ਼ਬਾਨ ਹੈ। ਜੀ ਜੀ ਇਹ ਵੇਖੋ ਨਾ, ਇਹ ਗੱਲ ਤਾਂ ਪ੍ਰਕਾਸ਼ ਸਾਹਿਬ ਪਹਿਲੀ ਦੱਸੀ ਹੈ ਵੀ ਕੋਈ ਨੈਗੇਟਿਵ ਨਹੀਂ ਮੈਂ ਇੱਕ ਹੋਰ ਉਹਨਾਂ ਦੇ ਸਵਾਲ ਦੇ ਵਿੱਚੋਂ ਇੱਕ ਬੜੇ ਖੂਬਸੂਰਤ ਨੁਕਤਾ ਨਿਕਲਿਆ। ਅੱਛਾ, ਅਗਰ ਪੰਜਾਬੀ ਜਾਹਿਲਾਂ ਦੀ ਜ਼ੁਬਾਨ ਹੈ ਨਾ, ਤੇ ਬਾਬਾ ਫਰੀਦ ਵੀ ਜਾਹਿਲ ਸੀ, ਨੌਜ਼ ਬਿल्ला, ਵਾਰਿਸ ਸ਼ਾਹ ਵੀ ਜਾਹਿਲ ਸੀ, ਹਜ਼ਰਤ ਸੁਲਤਾਨ ਬਾਹੂ ਵੀ ਜਾਹਿਲ ਸੀ, ਬਾਬਾ ਬੁੱਲੇ ਸ਼ਾਹ ਵੀ ਜਾਹਿਲ ਸੀ, ਮੀਆਂ ਮੁਹੰਮਦ ਬਖਸ਼ ਵੀ ਜਾਹਿਲ ਸੀ, ਠੀਕ ਹੈ। ਸਾਡੇ ਪਿਓ ਦਾਦੇ ਵੀ ਜਾਹਿਲ ਹੈ ਜਿਹੜੇ ਪੰਚਾਇਤਾਂ ਨਿਬੇੜਦੇ ਹੈ, ਜਿਹੜੇ ਹੁਣ ਕੰਮ ਥਾਣਿਆਂ ਤੋਂ ਨਹੀਂ ਹੁੰਦੇ, ਉਹ ਸਾਡੇ ਬਜ਼ੁਰਗ ਐਵੇਂ ਆ ਮੂੜਿਆਂ ਤੇ ਬਹਿ ਤੇ ਪੰਚਾਇਤਾਂ ਤੇ ਮੰਜੀਆਂ ਤੇ ਬਹਿ ਪੰਚਾਇਤਾਂ ਤੇ ਨਿਬੇੜ ਦਿੰਦੇ ਆ, ਉਹ ਵੀ ਜਾਹਿਲ ਹੈ ਮੁੜ।
ਸਰ ਜ਼ਬਾਨ ਬੇਸਿਕਲੀ ਗੱਲ ਸਮਝਣ ਦੀ, ਜ਼ਬਾਨ ਹੈ ਇੱਕ ਮੀਡੀਅਮ, ਜ਼ਬਾਨ ਨੌਲੇਜ ਨਹੀਂ ਹੈ। ਉਹ ਮੈਂ ਤੁਹਾਨੂੰ ਗੱਲ ਸਮਝਾਣਾ ਤਰੀਕੇ ਨਾਲ। ਫਾਰ ਐਗਜ਼ਾਮਪਲ, ਤੁਸੀਂ ਬਣਨਾ ਹੈ ਡਾਕਟਰ। ਹੁਣ ਚਾਈਨਾ ਦੇ ਵਿੱਚ ਜਿਹੜੇ ਡਾਕਟਰ ਬਣਦੇ ਪਏ ਨੇ ਉਹ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਡਾਕਟਰ ਬਣਦੇ ਪਏ ਨੇ, ਉਹ ਚਾਈਨੀ ਦੇ ਵਿੱਚ ਪੜ੍ਹ ਤੇ ਬਣਦੇ ਪਏ ਨੇ। ਉਹ ਚਾਈਨੀ ਦੇ ਵਿੱਚ ਪੜ੍ਹ ਤੇ ਬਣੇ, ਜਪਾਨ ਵਾਲੇ ਜਪਾਨੀ ਦੀ ਜ਼ੁਬਾਨ ਦੇ ਵਿੱਚ ਪੜ੍ਹ ਤੇ, ਫਰਾਂਸ ਵਾਲੇ ਫਰਾਂਸੀਸੀ ਵਿੱਚ, ਅੰਗਰੇਜ਼ੀ ਵਾਲੇ ਅੰਗਰੇਜ਼ੀ 'ਚ, ਉਰਦੂ ਵਾਲੇ ਉਰਦੂ ਵਿੱਚ। ਜ਼ਬਾਨ ਕੋਈ ਵੀ ਮਾੜੀ ਚੰਗੀ ਨਹੀਂ ਹੈ। ਜ਼ਬਾਨ ਤੇ ਇੱਕ ਜ਼ਰੀਆ ਹੈ ਤਾਲੀਮ ਹਾਸਲ ਕਰਨ ਦਾ, ਜਾਂ ਇੱਕ ਬਲਾਗ ਦਾ ਜ਼ਰੀਆ, ਕਮਿਊਨੀਕੇਸ਼ਨ ਦਾ ਜ਼ਰੀਆ, ਜਿਹਦੇ ਜ਼ਰੀਏ ਤੁਸੀਂ ਆਪਣਾ ਪੈਗਾਮ ਅਗਾਂਹ बढ़ा ਸਕਦੇ ਨੇ। ਤੇ ਇਹ ਬੜੀ ਜਾਹਿਲਾਨਾ ਸੋਚ ਹੈਗੀ ਹੈ ਵੀ ਜਿਹੜੇ ਆਖਦੇ ਨੇ ਵੀ ਪੰਜਾਬੀ ਜਿਹੜਾ ਹੈ ਤੂੰ ਬੋਲਣਾ ਹੈ। ਤੇ ਬਲਕਿ ਮੈਂ ਇੱਕ ਹੋਰ ਦੱਸਾਂ, ਇਹ ਮੈਂ ਦੇ ਕੰਡ ਪਿੱਛੇ ਵੀ ਫਰਿਆਦ ਦੀ ਤਾਰੀਫ ਕਰਨਾ, ਜਿਹੜਾ ਲਹਿਜਾ ਇਹ ਬੋਲਦਾ ਹੈ ਸਾਡਾ ਪੰਜਾਬੀ ਦਾ ਸਟੈਂਡਰਡ ਲਹਿਜਾ ਹੈ ਹੀ ਇਹ, ਜਿਹੜਾ ਸਭ ਨਾਲੋਂ ਮਿਆਰੀ ਲਹਿਜਾ ਹੈ ਨਾ ਜੀ, ਜਿਹਨੂੰ ਆਪਾਂ ਸਹੀ ਪੰਜਾਬੀ ਆਖ ਸਕਨੇ, ਉਹ ਹੈ ਹੀ ਸਾਡਾ। ਲੋਕ ਇਹਨੂੰ ਜਾਂਗਲੀ ਆਖ ਲਵਣ, ਜੋ ਆਖ ਲਵਣ, ਇਹ ਲਹਿਜਾ ਹੀ ਅਸਲ ਲਹਿਜਾ ਹੈ। ਔਰ ਜਿਹੜੇ ਪੰਜਾਬੀ ਸਮਝਣ ਵਾਲੇ ਨੇ ਲੋਕ, ਮੈਂ ਨਾਸਰ ਢਿੱਲੋਂ ਕੋਲ ਬੈਠਾ ਹਾਂ, ਮੈਂ ਐਵੇਂ ਗੱਲ ਕਰਾਂ ਨਾ, ਉਹ ਆਖਦੇ ਨੇ ਯਾਰ ਸਾਡਾ ਦਿਲ ਕਰਦਾ ਸੀ ਤੈਨੂੰ ਸੁਣਦੇ ਰਹੀਏ, ਤੂੰ ਕਿੱਡੀ ਸੋਹਣੀ ਪੰਜਾਬੀ ਬੋਲਣਾ। ਉਹ ਸੁਣੋ, ਨਿਊਜ਼ ਤੇ ਇੱਕ ਵਾਰੀ ਉਹ ਦੇ ਰਿਹਾ ਸੀ ਤੇ ਉਹਨੇ ਭਾਈ ਨਾਸਰ ਨੇ ਮੇਰਾ ਜ਼ਿਕਰ ਕੀਤਾ ਤੇ ਉਹਨੇ ਆਖਿਆ ਉਹਨੂੰ ਮੈਂ ਆਖਾ ਵੀ ਯਾਰ ਆ ਜਾ ਆਪਾਂ ਫਿਲਮ ਕਰਨੀ ਹੈ, ਤੇ ਉਹਨੇ ਲੈ ਮੈਂ ਲੱਗਿਆ ਆਇਆ, ਮੈਂ ਭੱਜਾ ਆਣਾ। ਉਹਨੇ ਯਾਰ ਬੜੀ ਸੋਹਣੀ ਪੰਜਾਬੀ ਉਹਨਾਂ ਦੀ, ਆਪਣੀ ਜ਼ੁਬਾਨ ਨੂੰ ਤਾਂ ਲੋਕ ਪਸੰਦ ਕਰਦੇ ਨੇ। ਫੈਸਲਾਬਾਦ ਵਾਲੇ ਇੱਧਰ ਦੇ ਲੋਕ, ਆਪਣਾ ਲਹਿਜਾ ਇੰਨਾ ਖੂਬਸੂਰਤ ਹੈ, ਆਪਣੀ ਇੱਕ ਬੜੀ ਪੱਕੀ ਪੀੜੀ ਗੱਲ ਹੋ ਜਾਂਦੀ ਹੈ। ਤੇ ਉਹ ਜਾਹਿਲ ਹੈ ਨੇ ਜਿਨ੍ਹਾਂ ਨੂੰ ਆਦੀ ਜ਼ੁਬਾਨ ਦੀ, ਵੇਖੋ ਮੈਂ ਆਣਾ ਕਿਸੇ ਵੀ ਜ਼ੁਬਾਨ ਨੂੰ, ਅਸੀਂ ਮੈਂ ਹੁਣ ਇੱਥੇ ਮੈਨੂੰ ਪਸ਼ਤੋ ਦੀ ਸਮਝ ਨਹੀਂ ਆਉਂਦੀ ਤੇ ਮੈਂ ਆਖਾਂ ਨਹੀਂ ਪਸ਼ਤੋ ਗੰਦੀ ਜ਼ੁਬਾਨ ਹੈ, ਨਹੀਂ ਮੀਆਂ, ਪਸ਼ਤੋ ਦੇ ਵਿੱਚ ਵੀ ਰਹਿਮਾਨ ਬਾਬਾ ਹੈ, ਖੁਸ਼ਹਾਲ ਖਾਂ ਖਟਕ ਹੈ। ਮੈਂ ਸਿੰਧੀ ਦੀ ਮੈਨੂੰ ਸਮਝ ਨਹੀਂ ਆਉਂਦੀ ਤੇ ਮੈਂ ਆਖਾਂ ਸਿੰਧੀ ਮਾੜੀ, ਨਹੀਂ ਮੀਆਂ ਉੱਥੇ ਸ਼ਾਹ ਅਬਦੁਲ ਲਤੀਫ ਭਟਾਈ ਹੈ, ਸਰ ਸੱਚਲ ਸਰਮਸਤ ਹੈ। ਐਸੇ ਐਸੇ ਲੋਕ ਪਏ ਨੇ। ਸਾਰੀਆਂ ਜ਼ੁਬਾਨਾਂ ਦੇ ਵਿੱਚ ਅੱਛੇ ਬੁਰੇ ਲੋਕ ਹਨ, ਸਾਰੀਆਂ ਜ਼ੁਬਾਨਾਂ ਦੇ। ਅੱਛਾ ਕਈ ਬੰਦੇ ਆਖਦੇ ਨੇ ਪੰਜਾਬੀ ਗਾਲਾਂ ਦੀ ਜ਼ੁਬਾਨ ਹੈ ਤੇ ਅੰਗਰੇਜ਼ੀ ਕੀ ਹੈ, ਹਰ ਗੱਲ ਨਾਲ ਫੱਕ ਆਫ ਫਲਾਣਾ, ਹਰ ਗੱਲ ਨਾਲ ਸ਼ਿਟ ਕੀ ਹੈ, ਆਪਾਂ ਜਿਹੜਾ ਗੂੰ ਆਖਦੇ ਉਹ ਸ਼ਿਟ ਹੈ, ਹਰ ਗੱਲ ਨਾਲ ਆਖਦੇ ਨੇ ਕਿ ਨਹੀਂ, ਸ਼ਿਟ ਫੱਕ, ਇਹ ਕੀ ਹੈ, ਗਾਲ ਨਹੀਂ ਹੈ, ਇਹ ਸਲੈਂਗਸ ਨਹੀਂ ਹੈ। ਤੇ ਸਾਡੇ ਜਿਹੜਾ ਭਾਈ ਜਿਹੜੀ ਜ਼ੁਬਾਨ ਤਗੜੀ ਹੈ ਨਾ, ਉਹਦੇ ਵਿੱਚ ਸਾਰੇ ਜਜ਼ਬਾਤ ਹੁੰਦੇ ਨੇ, ਇਹ ਜਜ਼ਬਾਤਾਂ ਦੀ ਜ਼ੁਬਾਨ ਹੈ। ਅਸੀਂ ਪੰਜਾਬੀ ਜੇ ਗੁੱਸਾ ਕਰਨੇ ਆ ਤੇ ਗਾਲ ਕੱਢਦੇ ਤੇ ਚੰਗਾ ਗੁੱਸਾ ਕਰਨੇ ਪਤਾ ਲੱਗ ਜਾਂਦਾ। ਸਾਡੇ ਨਾ ਪ੍ਰੋਫੈਸਰ ਹੈ ਡਾਕਟਰ ਇਸਮਤੁੱਲਾ ਜ਼ੈਦ ਸਾਹਿਬ, ਸੈਸ਼ਨ ਲੰਮਾ ਹੋ ਜਾ ਸੀ, ਬਸ ਗੱਲ ਨਾਲ ਮੁਖਤਸਰ ਦੀ ਗੱਲ ਕਰਨਾ। ਡਾਕਟਰ ਇਸਮਤੁੱਲਾ ਜ਼ੈਦ ਸਾਹਿਬ ਕੋਲ ਇੱਕ ਬੰਦਾ ਆਇਆ, ਬਿਊਰੋਕਰੇਟ ਸੀ, ਡੀਸੀ ਵਗੈਰਾ ਰਿਹਾ ਸੀ ਜੰਗਲ ਸਾਈਡ। ਉਹ ਆਇਆ, ਉਹ ਆਤਾ ਸਾਡੇ ਉਸਤਾਦ ਨੇ ਨਾ ਜੀ, ਸਭ ਦੀ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜਿਹੜਾ ਨਾ ਕੋਈ ਮੈਨੂੰ ਨਾ ਅੰਗਰੇਜ਼ੀ 'ਚ ਲੜ ਪਵੇ ਨਾ, ਗਾਲ ਕੱਢੇ, ਤੇ ਮੈਨੂੰ ਉਹ ਗਾਲ ਮਹਿਸੂਸ ਹੀ ਨਹੀਂ ਹੁੰਦੀ। ਵੀ ਆਖਦੇ ਵੇ ਯੂ ਸਨ ਆਫ ਵਿਚ, ਯੂ ਫਲਾਨ ਡਮਕਾਨ, ਯੂ ਫੱਕ ਯੂ ਤੇ ਫਲਾਨ ਦੇ ਡਮਕਾਨ ਨਾ, ਵੀ ਮੈਨੂੰ ਤਾਂ ਉਹਦੀ ਪਤ ਸਮਝ ਆ। ਤੇ ਜਿਸਲੇ ਉਹ ਗਾਲ ਪੰਜਾਬੀ ਦੇ ਕੱਢਦਾ ਵਾ, ਤੇਰੀ ਮਾਂ, ਉਹ ਤੇਰੀ, ਤੇ ਅਸੀਂ ਵੱਜਦਾ, ਅਸੀਂ ਗਾਲ ਲੱਗਦੀ ਜਿਵੇਂ ਗੋਲੀ ਵੱਜ ਗਈ। ਇਹ ਕਿਉਂ ਐਵੇਂ ਹੈ, ਉਹਨਾਂ ਨੇ ਪੁੱਛਾ। ਤੇ ਜਿਹੜੀ ਗੱਲ ਕੀਤੀ ਇਸਮਤੁੱਲਾ ਜ਼ੈਦ ਸਾਹਿਬ, ਉਹਨਾਂ ਆਖਿਆ ਮੀਆਂ ਸਮਝ ਘਣੀ ਆਉਂਦੀ ਹੈ, ਸਮਝ ਗਈ ਬਿਲਕੁਲ, ਆਦੀ ਬੋਲੀ ਦੀ ਸਮਝ ਘਣੀ ਆਉਂਦੀ ਹੈ, ਉਹਦੇ ਵਿੱਚ ਜਜ਼ਬਾਤ ਹਨ। ਪੰਜਾਬੀ ਮੁਹੱਬਤ ਵੀ ਕਰੇਗਾ ਤੇ ਜਜ਼ਬਾਤ ਉਹਦੇ, ਤੁਹਾਨੂੰ ਕਦੇ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਜਜ਼ਬਿਆਂ ਦੀ ਜ਼ੁਬਾਨ ਮੈਂ ਕਿਉਂ ਆਣਾ, ਕਦੇ ਮੋਟਰਸਾਈਕਲ ਤੇ ਤੁਸੀਂ ਡਿੱਗੋ, ਤੁਹਾਨੂੰ ਸੱਟ ਲੱਗੇ, ਤੁਸੀਂ ਕਦੇ ਵੀ ਨਹੀਂ ਆਖੋਗੇ ਹਾਏ ਅੰਮੀ ਜੀ ਮੈਂ ਤਾਂ ਮਰ ਗਿਆ, ਤੁਸੀਂ ਹਾਏ ਅੰਮੀ ਨਹੀਂ ਮੈਂ ਮਰ ਗਿਆ। ਜੀ ਐਵੇਂ ਹੈ ਜੀ ਐਵੇਂ। ਕਿਸੇ ਨਾਲ ਲੜੋਗੇ, ਤੁਸੀਂ ਕਦੇ ਵੀ ਨਹੀਂ ਆਖੋਗਾ ਮੈਂ तुम्हारी माँ बहन की यूं कर दूंगा, मैं तुम्हें यूं कर, बस तेरी फौरन पंजाबी च आ जा, जी जज्बे ਦੀ ਜ਼ੁਬਾਨ ਚ ਆ ਜਾ। जी ਜ਼ਿਆਦਾ ਜਨਾਬ ਇਹ ਤੁਸੀਂ ਬੇਫਿਕਰ ਹੋ ਤੇ ਆਦੀ ਬੋਲੀ ਬੋਲੋ, ਕੋਈ ਪੰਜਾਬੀ ਇੱਕ ਜਜ਼ਬਾ ਹੈ। ਹਾਂਜੀ ਇਹੀ ਹੈ। ਇੱਕ ਆਖਰੀ ਗੱਲ ਜੀ, ਤੁਹਾਡੀ ਜਿਹੜੀ ਪੂਰੀ ਲਾਈਫ ਹੈ, ਤੁਸੀਂ ਬੜਾ ਬਾਹਰ ਵੀ ਗਏ ਹੋ ਨੇ, ਇੱਧਰ ਵੀ ਗਏ ਹੋ ਨੇ, ਤੇ ਤੁਹਾਡੀ ਜ਼ਿੰਦਗੀ ਦਾ ਇੱਕ ਨਿਚੋੜ, ਜਿਵੇਂ ਇੱਕ ਨਿਚੋੜ ਦਾ ਗੱਲ ਉਹ ਸਾਡੇ ਮੈਂ ਨਾ ਜੀ, ਮੈਂ ਅੱਜ ਵੀ ਕਿਧਰੇ ਮੈਂ ਪੜਿਆ ਹੈ, ਉਹ ਜ਼ਿੰਦਗੀ ਦਾ ਮੇਰੇ ਨਿਚੋੜੇ ਹੈ ਜੀ। ਸ਼ਾਹ ਹੁਸੈਨ ਰਹਿਮਤੁल्लाह अलैह ਸਾਡੇ ਪੰਜਾਬੀ ਦੇ ਸ਼ਾਇਰ ਹੈ ਜੀ, ਉਹਨਾਂ ਦਾ ਇੱਕ ਨਾ ਹੈ ਕਲਾਮ ਹੈ, ਉਹਨਾਂ ਦਾ ਸ਼ੇਰ ਹੈ, ਮੈਂ ਆਨਾ ਵੀ ਮੇਰੀ ਜ਼ਿੰਦਗੀ ਦਾ ਨਿਚੋੜ ਹੋ। ਅੱਛਾ ਉਹ ਆਖਦੇ ਨੇ ਵੀ ਓੜਕ ਜਾਣਾ ਮਰਵੇ, ਜੀ ਓੜਕ ਸਦੇ ਨੇ ਆਖਰਕਾਰ, ਜੀ ਅੱਛਾ, ਓੜਕ ਜਾਣਾ ਮਰਵੇ ਚੱਲ ਮੇਲੇ ਨੂੰ ਚਲੇ, ਮੇਲੇ ਵਿੱਚ ਆਖਰਕਾਰ ਬੰਦੇ ਨੇ ਮਰ ਜਾਣਾ, ਮਰ ਜਾਣਾ, ਇੱਥੇ ਕਿਸੇ ਨੇ ਵੀ ਨਹੀਂ ਰਹਿਣਾ। ਜੀ ਤੇ ਮੇਲਾ ਕੀ ਹੈ? ਮੇਲਾ ਹੈ ਸੈਲੀਬ੍ਰੇਸ਼ਨ, ਮੇਲਾ ਹੈ ਜ਼ਿੰਦਗੀ ਦੇ ਹਾਸੇ ਖੇਡੇ। ਜੀ
ਮੈਂ ਆਖਣਾ ਵੀ ਬੰਦੇ ਨੇ ਮਰ ਜਾਣਾ ਹੈ, ਜੀ ਜੀ ਬੰਦੇ ਨੇ ਨਾਲ ਕੁਝ ਵੀ ਨਹੀਂ ਲੈਣਾ, ਕੁਝ ਵੀ ਨਹੀਂ ਲਾਇਆ ਸਭ ਕੁਝ ਇੱਥੇ ਰਹਿ ਜਾਣਾ ਹੈ। ਜੀ ਤੁਹਾਡੀਆਂ ਦੌਲਤਾਂ, ਜ਼ਮੀਨਾਂ, ਸ਼ੋਹਰਤਾਂ, ਹੁਸਨ, ਜਵਾਨੀ ਸਾਰਾ ਕੁਝ ਮਿੱਟੀ ਹੋ ਜਾਣਾ। ਮਿੱਟੀ ਹੋ ਜਾਏ ਤੁਹਾਨੂੰ ਜਿਹੜੇ ਰੱਬ ਨੇ ਜਿਹੜੇ 4 ਦਿਨ ਦਿੱਤੇ ਨੇ ਨਾ, ਜੀ ਤੇ ਚੱਲ ਖੇਡ ਅੱਜ ਲਓ ਖੇਡ ਜਾਓ ਜੀ ਔਰ ਅਗਲਾ ਬੰਦਾ ਤੁਹਾਡੀ ਵਜ੍ਹਾ ਤੋਂ ਖੁਸ਼ ਹੋ। ਖੁਸ਼ ਹੋਏ ਤੁਸੀਂ ਵੇਖੋ, ਤੁਸੀਂ ਲੋਕਾਂ ਵਾਸਤੇ ਫਾਇਦਾਮੰਦ ਬਣੋ। ਜੀ ਕਈ ਬੰਦੇ ਆਖਦੇ ਨੇ ਜੀ ਅਸੀਂ ਕਿਸੇ ਦਾ ਫਾਇਦਾ ਨਹੀਂ ਕੀਤਾ ਤੇ ਅਸੀਂ ਨੁਕਸਾਨ ਵੀ ਨਹੀਂ ਕੀਤਾ, ਨੁਕਸਾਨ ਵੀ ਨਹੀਂ। ਉਹ ਬੰਦਾ ਹੱਥੋਂ ਵਿਹਲ ਹੈ, ਉਹ ਬੰਦਾ ਤੇ ਕਿਸੇ ਕੰਮ ਜੋਗਾ ਨਹੀਂ। ਜੀ ਤੁਸੀਂ ਅਗਲੇ ਬੰਦੇ ਵਾਸਤੇ ਫਾਇਦਾਮੰਦ ਬਣ ਜਾਓ। ਫਾਇਦਾਮੰਦ ਇਨ ਸੈਂਸ ਇਹ ਨਹੀਂ ਹੈ ਜੀ ਕਿ ਤੁਸੀਂ ਉਹਨੂੰ ਪੈਸੇ ਦੇਣੇ ਨੇ, ਜੀ। ਉਹਨੂੰ ਦਾਣੇ ਉਹਦੇ ਕਰੀ ਕਰਦੇ। ਫਾਇਦਾਮੰਦ ਇਹ ਹੈ ਕਿ ਉਹ ਦੁੱਖ ਵਿੱਚ ਜੀ ਉਹਨੂੰ ਹਸਾ ਦੇ, ਸਾਥ ਤੇ ਚਿਹਰੇ ਤੇ ਮੁਸਕਰਾਹਟ ਲੈ ਆਓ। ਇਹ ਵੀ ਇੱਕ ਨੇਕੀ ਜੀ ਹੈ। ਜ਼ਿੰਦਗੀ ਜਿਹੜੀ ਹੈ ਨਾ ਜੀ ਖੁੱਲ ਤੇ ਜੀਓ, ਬਸ ਜੀ। ਇਹ ਹੀ ਹੈ। ਅਸੀਂ ਤੇ ਆਖਨੇ ਗੁੱਟ ਗੁੱਟ ਤੇ ਨਾ ਜੀਵੋ। ਜੀ। ਤੁਹਾਡੀ ਵਜ੍ਹਾ ਤੋਂ ਕੋਈ ਬੰਦਾ ਪਰੇਸ਼ਾਨ ਨਾ ਹੋਵੇ, ਜੀ। ਤੁਹਾਡੀ ਵਜ੍ਹਾ ਤੋਂ ਲੋਕਾਂ ਦੇ ਚਿਹਰਿਆਂ ਤੇ ਹਾਸੇ ਆਵਣ, ਜੀ ਹਾਸੇ ਨੱਚਣ ਉਹਨਾਂ ਦੇ ਚਿਹਰੇ ਤੇ। ਇਹ ਹੀ ਜ਼ਿੰਦਗੀ। ਤੇ ਜੀ ਪੰਜਾਬੀਆਂ ਨੇ ਸ਼ੇਰ ਬੜੇ ਆਂਦੇ, ਲਾਸਟ ਕੋਈ ਸ਼ੇਰ ਸਾਨੂੰ ਸੁਣਾ ਦਿਓ, ਤੁਹਾਡਾ ਫੇਵਰਿਟ ਜਿਹੜਾ ਸ਼ੇਰ ਹੋਵੇ। ਸ਼ੇਰ ਮੈਨੂੰ ਇੱਕ ਰੋਮਾਂਟਿਕ ਜਿਹਾ ਆਇਆ ਉਹ ਸੁਣਾ ਦਿਓ ਜੀ। ਹੋਇਆ ਜੀ ਸਾਬਰ ਸਾਹਿਬ ਦਾ ਕਿ ਰੰਗਤ, ਮਹਿਕ, ਨਫਾਸਤ ਉਹਦੇ ਗੁੱਲਾਂ ਦੀ। ਦੇ ਬੁੱਲਾਂ ਜੀ ਰੰਗਤ, ਮਹਿਕ, ਨਫਾਸਤ ਉਹਦੇ ਗੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਹੈ ਗੁੱਲਾਂ। ਬੁੱਲਾਂ ਓਏ ਹੋਏ, ਇਹਦਾ ਵਾਕਿਆ ਹੀ ਰੋਮਾਂਟਿਕ ਹੋ ਗਿਆ। ਜੀ ਨਾਜ਼ਰੀਨ, ਅੱਜ ਆਪਣੇ ਨਾਲ ਉਹ ਸ਼ਖਸੀਅਤ ਮੌਜੂਦ ਸੀ ਜਿਹੜੇ ਕਿ ਤਾਰਫ ਦੇ ਤਾਂ ਮੁਤਾਜ ਨਹੀਂ, ਸਾਰੀ ਦੁਨੀਆ ਦੇ ਵਿੱਚ ਹੱਥਾਂ ਪੈਰਾਂ ਨੂੰ ਮੁਤਾਜ ਹੈ, ਤਾਰਫ ਦੇ ਮੁਤਾਜ ਜੀ ਇਹਨਾਂ ਨੇ ਆਪਣਾ ਨਾਮ ਬਣਾਇਆ ਹੈ ਤੇ ਆਪਾਂ ਨੂੰ ਇਹਨਾਂ ਨੇ ਆਦਾ ਕੀਮਤੀ ਵਕਤ ਦਿੱਤਾ ਹੈ ਤੇ ਆਪਾਂ ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨੇ ਬੜੀ ਕਿ ਇਹਨਾਂ ਤੁਹਾਡੀ ਨੇ ਮਿਹਰਬਾਨੀ ਜੀ। ਇਹਨਾਂ ਦੀ ਤੁਹਾਡਾ ਮਿਹਰਬਾਨੀ ਸ਼ੁਕਰੀਆ, ਤੁਸੀਂ ਆਖਣੇ ਇੰਨੀ ਗਰਮੀ ਦੇ ਵਿੱਚ 45 ਸੈਂਟੀਗ੍ਰੇਡ ਦੇ ਜਿੰਨਾ ਪੈਂਡਾ ਕਰਦੇ ਆਏ ਨੇ। ਕੈਮਰਾਮੈਨ ਸਾਹਿਬ ਦਾ ਵੀ ਬੜਾ ਸ਼ੁਕਰੀਆ ਜੀ, ਜੀ। ਤੁਹਾਡਾ ਵੀ ਸ਼ੁਕਰੀਆ, ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਸੀਂ ਆਦਾ ਅੱਲਾਹ ਕੀਮਤੀ ਤੁਹਾਡੀ ਵਕਤ ਬੱਚਾ ਦਿੱਤਾ। ਜਾਂਦੀ ਹੋ। ਬਸ ਦੀਦਾਰ। ਜੀ